ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਜੀਕੇ ਅਕੈਡਮੀ ਪੰਜਾਬ ਦੇ ਵਿੱਚ। ਦੋਸਤੋ ਅੱਜ ਆਪਾਂ ਤੁਹਾਡੇ ਲਈ ਪੋਲਿਟੀ ਦੀ ਕਲਾਸ ਨੰਬਰ 28 ਲੈ ਕੇ ਆਏ ਹਾਂ, ਜਿਹਦੇ ਵਿੱਚ ਕਿ ਆਪਾਂ ਅਮੈਂਡਮੈਂਟ ਆਫ ਦਾ ਇੰਡੀਅਨ ਕਨਸਟੀਟਿਊਸ਼ਨ ਉਹਦੇ ਬਾਰੇ ਆਪਾਂ ਡਿਟੇਲ ਦੇ ਵਿੱਚ ਕਰਾਂਗੇ। ਇਹ ਵਾਲਾ ਜਿਹੜਾ ਟੌਪਿਕ ਆ ਜੀ ਪੇਪਰ ਦੇ ਵਿੱਚ, ਇਹਦੇ ਵਿੱਚੋਂ ਜ਼ਰੂਰ ਕੁਐਸਚਨ ਪੁੱਛਿਆ ਜਾਂਦਾ ਵਾ। ਇਸ ਤੋਂ ਪਹਿਲਾਂ ਆਪਾਂ 27 ਕਲਾਸਾਂ ਪੋਲਿਟੀ ਦੀਆਂ ਕਰ ਚੁੱਕੇ ਹਾਂ, ਜਿਹਦੇ ਵਿੱਚ ਕਿ ਆਪਾਂ ਬਹੁਤ ਹੀ ਚੰਗੀ ਤਰ੍ਹਾਂ ਆਪਣਾ ਸਾਰਾ ਡਿਟੇਲ ਦੇ ਵਿੱਚ ਕੀਤਾ ਹੋਇਆ ਵਾ। ਸੋ ਅੱਜ ਵਾਲੀ ਜਿਹੜੀ ਕਲਾਸ ਆ ਜੀ, ਇਹ ਆਪਣੀ ਪੋਲਿਟੀ ਦੀ ਆਖਰੀ ਕਲਾਸ ਹੋਏਗੀ। ਸੋ 28 ਕਲਾਸਾਂ ਦੇ ਵਿੱਚ ਆਪਾਂ ਪੋਲਿਟੀ ਕੰਪਲੀਟ ਕਰ ਲਈ ਹੋਈ ਆ। ਤਾਂ ਪੰਜਾਬ ਦੇ ਤੁਸੀਂ ਕਿਸੇ ਵੀ ਪੇਪਰ ਦੇ ਵਿੱਚ ਜਾਣਾ ਵਾ, ਚਾਹੇ ਤੁਸੀਂ PSSB, ਚਾਹੇ PPSC, ਚਾਹੇ ਪੰਜਾਬ ਪੁਲਿਸ, ਚਾਹੇ ਤੁਸੀਂ ਪੰਜਾਬ ਦਾ ਕੋਈ ਵੀ ਸਟੇਟ ਐਗਜ਼ਾਮ, ਚਾਹੇ ਤੁਸੀਂ ਸੈਂਟਰ ਦਾ ਵੀ ਕੋਈ ਵੀ ਐਗਜ਼ਾਮ ਦੇਣਾ, ਚਾਹੇ ਤੁਸੀਂ SSC ਦਾ ਐਗਜ਼ਾਮ ਦੇਣਾ, ਜਾਂ ਜੇਕਰ ਤੁਸੀਂ RRB ਰੇਲਵੇ ਦਾ ਜਾਂ ਬੈਂਕਿੰਗ ਦਾ ਕੋਈ ਵੀ ਪੇਪਰ ਤੁਸੀਂ ਦੇਣਾ ਵਾ, ਉਹਦੇ ਵਿੱਚ ਤੁਹਾਨੂੰ ਪੋਲਿਟੀ ਦੇ ਕੁਐਸਚਨ ਆਪਣੀਆਂ ਇਹਨਾਂ ਕਲਾਸਾਂ ਦੇ ਵਿੱਚੋਂ ਜ਼ਰੂਰ ਦੇਖਣ ਨੂੰ ਮਿਲਣਗੇ ਹੀ ਮਿਲਣਗੇ। ਤਾਂ ਇਹ ਸ਼ੁਰੂ ਕਰਦੇ ਹਾਂ ਜੀ ਅੱਜ ਦਾ ਆਪਣਾ ਇਹ ਕਲਾਸ। ਸੋ ਜੀ ਇਹ ਕਲਾਸ ਆਪਾਂ ਤੁਹਾਨੂੰ ਪਹਿਲਾਂ ਹੀ ਆਪਣੀ ਟੈਲੀਗ੍ਰਾਮ ਚੈਨਲ ਤੇ ਇਹਦੀ PDF ਪ੍ਰੋਵਾਈਡ ਕਰਤੀ ਹੋਈ ਆ, ਕਿਉਂਕਿ ਮੇਰਾ ਟਾਈਮ ਨਹੀਂ ਸੀ ਲੱਗ ਰਿਹਾ ਕਲਾਸ ਰਿਕਾਰਡ ਕਰਨ ਦਾ। ਸੋ ਇਹ ਜਲਦੀ ਹੀ ਤੁਹਾਨੂੰ ਇਹ ਕਲਾਸ ਦੀ ਵੀਡੀਓ ਵੀ ਮਿਲ ਜਾਏਗੀ। ਸੋ ਅਗਰ ਤੁਹਾਡੇ ਕੋਲ PDF ਹੈ ਤਾਂ ਤੁਸੀਂ ਇੱਕ ਵਾਰ ਵੀਡੀਓ ਦੇਖ ਕੇ PDF ਰਿਵਾਈਜ਼ ਕਰ ਸਕਦੇ ਹੋ। ਸੋ ਜਿਨ੍ਹਾਂ ਦਾ ਪੇਪਰ ਹੈ ਕੋਆਪਰੇਟਿਵ ਸੋਸਾਇਟੀ ਇੰਸਪੈਕਟਰ ਦਾ, ਉਹ ਵਾਲੇ ਕੈਂਡੀਡੇਟ ਆਪਣੇ ਪਹਿਲਾਂ PDF ਕਰ ਸਕਦੇ ਨੇ। ਸੋ ਸ਼ੁਰੂ ਕਰਦੇ ਹਾਂ ਜੀ ਆਪਣਾ ਅਮੈਂਡਮੈਂਟ ਆਫ ਦਾ ਇੰਡੀਅਨ ਕਨਸਟੀਟਿਊਸ਼ਨ। ਦੇਖੋ ਜੀ ਅਮੈਂਡਮੈਂਟ ਜਿਹੜੀ ਹੁੰਦੀ ਆ ਕਿਸੇ ਵੀ ਕਨਸਟੀਟਿਊਸ਼ਨ 'ਚ, ਸੋ ਅੱਜ ਆਪਾਂ ਇੰਡੀਅਨ ਬਾਰੇ ਕਰਾਂਗੇ। ਤਾਂ ਜੀ ਅਮੈਂਡਮੈਂਟ ਦਾ ਮਤਲਬ ਕੀ ਹੁੰਦਾ? ਅਮੈਂਡਮੈਂਟ ਇੱਕ ਜਸਟ ਇੱਕ ਸੋਧ ਆ, ਮਤਲਬ ਆਪਾਂ ਕੋਈ ਚੀਜ਼, ਚਾਹੇ ਆਪਾਂ ਕੋਈ ਚੀਜ਼ ਆਪਾਂ ਐਡ ਕੀਤੀ, ਚਾਹੇ ਆਪਾਂ ਡਿਲੀਟ ਕੀਤੀ, ਜਾਂ ਆਪਾਂ ਜਿਹੜੀ ਆਪਣੇ ਕੋਲੇ ਪਹਿਲਾਂ ਤੋਂ ਮੌਜੂਦ ਆ ਕੋਈ ਵੀ ਆਪਣੇ ਲਾਅ ਬਣਿਆ ਹੋਇਆ, ਐਕਟ ਬਣਿਆ ਹੋਇਆ, ਉਹਦੇ ਵਿੱਚ ਜੇਕਰ ਆਪਾਂ ਕੋਈ ਵੀ ਚੇਂਜਸ ਕਰਨਾ, ਉਹਨੂੰ ਆਪਾਂ ਕਹਿ ਦਿੰਦੇ ਹਾਂ ਜੀ ਅਮੈਂਡਮੈਂਟ। ਸਿੱਧਾ ਕੁਐਸਚਨ ਆ। ਦੇਖੋ ਜੀ PSSB ਦੇ ਇੱਕ ਪੇਪਰ ਦੇ ਵਿੱਚ ਇਹਨਾਂ ਨੇ 2021 ਚ ਸਿੱਧਾ ਦੇਖੋ ਕਿੰਨਾ ਸੌਖਾ ਕੁਐਸਚਨ ਪਾਇਆ ਕਿ ਅਮੈਂਡਮੈਂਟ ਵਰਡ ਇਜ਼ ਰਿਲੇਟਡ ਟੂ ਸੋ ਐਨ ਐਡੀਸ਼ਨ। ਬਸ ਨਾਲ ਉਹਨਾਂ ਨੇ 2-3 ਆਪਸ਼ਨਸ ਦਿੱਤੀਆਂ ਹੋਈਆਂ, ਚਾਹੇ ਉਹ ਐਡੀਸ਼ਨ ਦੇ ਦੇਣਗੇ, ਚਾਹੇ ਉਹ ਮੋਡੀਫਿਕੇਸ਼ਨ ਦੇ ਦੇਣਗੇ। ਸੋ ਇਹੋ ਜਿਹੇ ਦੇ ਵਿੱਚ ਵੀ ਉਹ ਨਾਰਮਲ ਕੁਐਸਚਨ ਤੁਹਾਨੂੰ ਪੁੱਛ ਸਕਦੇ ਨੇ। ਸੋ ਇਹ ਕੁਐਸਚਨ ਬਣਿਆ ਹੋਇਆ ਵਾ। ਸੋ ਜੀ ਸ਼ੁਰੂ ਕਰਦੇ ਹਾਂ ਹੁਣ ਆਪਣਾ ਅਗਲਾ। ਦੇਖੋ ਜੀ ਸਭ ਤੋਂ ਪਹਿਲਾਂ ਤਾਂ ਜਿਹੜਾ ਜੀ ਅਮੈਂਡਮੈਂਟ ਆ, ਜਿਹੜੀ ਆਪਣੀ ਭਾਰਤ ਦੇ ਵਿੱਚ ਅਮੈਂਡਮੈਂਟ ਆ, ਇਹ ਆਪਾਂ ਕਿਹੜੇ ਸੰਵਿਧਾਨ ਤੋਂ ਪ੍ਰੇਰਿਤ ਹੋ ਕੇ ਕੀਤੀਆਂ ਨੇ ਐਡ? ਇਹ ਆਪਾਂ ਐਡ ਕੀਤੀਆਂ ਨੇ ਜੀ ਆਪਣੀ ਸਾਊਥ ਅਫਰੀਕਾ ਦੇ। ਇਹ ਜ਼ਰੂਰ ਯਾਦ ਹੋਣਾ ਚਾਹੀਦਾ, ਕਿਉਂਕਿ ਦੱਖਣੀ ਅਫਰੀਕਾ ਦੇ ਸੰਵਿਧਾਨ ਤੋਂ ਆਪਣੀ ਇਹ ਅਮੈਂਡਮੈਂਟ ਦੀ ਵਿਵਸਥਾ ਲਈ ਗਈ ਆ, ਜਿਹੜੀ ਕਿ ਆਪਣੇ ਸੰਵਿਧਾਨ ਦੇ ਆਰਟੀਕਲ ਨੰਬਰ 368 ਦੇ ਵਿੱਚ ਦਰਜ ਆ। ਠੀਕ ਹੈ ਜੀ। ਹੁਣ ਸ਼ੁਰੂ ਕਰਦੇ ਹਾਂ ਜੀ ਆਪਾਂ ਆਪਣੀ ਅਗਲੀ ਕਲਾਸ। ਹੁਣ ਜੀ ਜੇਕਰ ਤੁਹਾਨੂੰ ਪਾਰਟ ਪੁੱਛਿਆ ਜਾਵੇ ਕਿ ਆਪਣੇ ਸੰਵਿਧਾਨ ਦੇ ਕਿਹੜੇ ਪਾਰਟ ਦੇ ਵਿੱਚ ਆਪਣਾ ਇਹ ਅਮੈਂਡਮੈਂਟ ਆਫ ਦਾ ਕਨਸਟੀਟਿਊਸ਼ਨ ਦਰਜ ਆ, ਤਾਂ ਤੁਸੀਂ ਆਪਣਾ ਪਾਰਟ 20 ਲਾਉਣਾ ਵਾ। ਠੀਕ ਹੈ ਜੀ। 20 ਪਾਰਟ ਦੇ ਵਿੱਚ ਇਹ 368 ਨੰਬਰ ਆਰਟੀਕਲ ਦੇ ਵਿੱਚ ਇਹ ਆਪਣੀ ਅਮੈਂਡਮੈਂਟ ਆ, ਜਿਹੜੀ ਅਮੈਂਡਮੈਂਟ ਦਾ ਸਾਰਾ ਪ੍ਰੋਸੀਜਰ ਦਿੱਤਾ ਹੋਇਆ ਵਾ। ਸੋ ਇਹ ਤੁਹਾਨੂੰ ਯਾਦ ਹੋਣਾ ਚਾਹੀਦਾ ਵਾ। ਦੇਖੋ ਜੀ ਹੁਣ ਪੇਪਰ ਦੇ ਵਿੱਚ ਤੁਹਾਨੂੰ ਕੁਐਸਚਨ ਪੁੱਛਿਆ ਜਾਊਗਾ ਕਿ ਦੱਸੋ ਸੰਵਿਧਾਨ ਨੂੰ ਸੋਧ ਕਰਨ ਦਾ ਅਧਿਕਾਰ ਕਿਹਨੂੰ ਆ? ਕਿਹਨੂੰ ਆ ਜੀ? ਪਾਰਲੀਮੈਂਟ ਨੂੰ ਸੰਵਿਧਾਨ ਦੇ ਵਿੱਚ ਸੋਧ ਕਰਨ ਦਾ ਅਧਿਕਾਰ ਆ। ਬਟ ਇਸ ਤਰ੍ਹਾਂ ਨਹੀਂ ਕਿ ਜੇਕਰ ਸੋਧ ਕਰਨ ਦਾ ਅਧਿਕਾਰ ਉਹਨਾਂ ਨੂੰ ਦੇਤਾ ਤਾਂ ਬਹੁਤ ਸੌਖੀ ਸੋਧ ਹੋ ਜਾਏਗੀ। ਉਹਦੇ ਲਈ ਵੀ ਉਹਨਾਂ ਨੇ ਬਹੁਤ ਮਤਲਬ ਵਧੀਆ, ਮਤਲਬ ਕਿ ਆਪਾਂ ਕਹਿ ਦਿੰਦੇ ਹੁੰਦੇ ਆ ਕਿ ਆਪਣਾ ਜਿਹੜਾ ਭਾਰਤੀ ਸੰਵਿਧਾਨ ਨਾ ਤਾਂ ਰਿਜਿਡ ਆ, ਨਾ ਆਪਣਾ ਫਲੈਕਸੀਬਲ ਆ, ਨਾ ਤਾਂ ਜ਼ਿਆਦਾ ਸਖਤ ਆ, ਮਤਲਬ ਜ਼ਿਆਦਾ ਹਾਰਡ ਵੀ ਨਹੀਂ ਕਹਿ ਸਕਦੇ ਕਿ ਬਹੁਤ ਜ਼ਿਆਦਾ ਔਖੇ ਤਰੀਕੇ ਨਾਲ ਅਮੈਂਡਮੈਂਟ ਹੋਊਗੀ, ਜਾਂ ਆਪਾਂ ਲਚਕੀਲਾ ਕਹਿ ਸਕਦੇ, ਬਾਹਲਾ ਜ਼ਿਆਦਾ ਫਲੈਕਸੀਬਲ ਵੀ ਹੈ ਨਹੀਂਗਾ ਵੀ ਹਾਂ ਵੀ ਆਪਦੇ ਫਾਇਦੇ ਲਈ ਕੋਈ ਵੀ, ਮਤਲਬ ਸਟੇਟ ਤਾਂ ਚਲੋ ਕਰ ਹੀ ਨਹੀਂ ਸਕਦੀ ਅਮੈਂਡਮੈਂਟ, ਵੀ ਸੈਂਟਰ ਦੇ ਵਿੱਚ ਕੋਈ ਵੀ ਸਦਨ ਆਪਦੇ ਫਾਇਦੇ ਲਈ ਉਹ ਅਮੈਂਡਮੈਂਟ ਕਰ ਲੇਗਾ। ਦੇਖੋ ਜੀ ਹੁਣ ਪੇਪਰ ਦੇ ਵਿੱਚ ਇਹ ਵਾਲੀਆਂ ਚੀਜ਼ਾਂ ਨਾਰਮਲੀ ਪੁੱਛੀਆਂ ਜਾਂਦੀਆਂ ਨੇ, ਖਾਸ ਕਰ ਜਿਹੜੇ ਮਤਲਬ ਕਿ PSSB ਜਾਂ 1 ਲਾਈਨਰ ਕੁਐਸਚਨ ਜਿਹੜੇ ਪੁੱਛੇ ਜਾਂਦੇ ਨੇ। ਹੁਣ ਦੇਖੋ ਜੀ ਆਪਾਂ ਤੁਹਾਨੂੰ ਦੱਸਦਾ, ਰਿਜਿਡ ਦਾ ਮਤਲਬ ਹੋ ਗਿਆ, ਮਤਲਬ ਥੋੜਾ ਜਿਹਾ ਕਠੋਰ ਹੋ ਗਿਆ, ਮਤਲਬ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਕਿ ਸਪੈਸ਼ਲ ਮੇਜੋਰਟੀ ਦੇ ਨਾਲ ਸੋਧਿਆ ਜਾਂਦਾ ਵਾ। ਬਈ ਮਤਲਬ ਕੀ ਪ੍ਰੋਸੀਜਰ ਹੁੰਦਾ ਸਪੈਸ਼ਲ ਮੇਜੋਰਟੀ ਦਾ, ਉਹ ਆਪਾਂ ਅਗਲੇ ਦੇ ਵਿੱਚ ਕਰਾਂਗੇ। ਹੁਣ ਹੁੰਦਾ ਫਲੈਕਸੀਬਲ ਹੁੰਦਾ, ਜਿਹਦੇ ਵਿੱਚ ਕਿ ਸਿਰਫ ਤੇ ਸਿਰਫ ਸਿੰਪਲ ਮੇਜੋਰਟੀ ਚੱਲਦੀ ਹੁੰਦੀ ਆ, ਉਹ ਵੀ ਆਪਾਂ ਅੱਗੇ ਆਪਣੀ ਸਲਾਈਡ ਐਡ ਕੀਤੀ ਹੋਈ ਆ, ਉਹਦੇ ਵਿੱਚ ਕਰਾਂਗੇ। ਸੋ ਇਹ ਟੌਪਿਕ ਨਾ ਥੋੜਾ ਜਿਹਾ ਸਮਝਣ ਵਾਲਾ ਵਾ। ਸੋ ਇਹ ਕਲਾਸ ਨੂੰ ਥੋੜਾ ਜਿਹਾ ਧਿਆਨ ਨਾਲ ਦੇਖ ਲਿਓ। ਠੀਕ ਆ ਜੀ। ਪੇਪਰ ਦੇ ਵਿੱਚ ਇਹਦੇ ਵਿੱਚੋਂ ਕੁਐਸਚਨ ਜ਼ਰੂਰ ਪੁੱਛਿਆ ਜਾਂਦਾ ਵਾ। ਸ਼ੁਰੂ ਕਰਦੇ ਹਾਂ ਜੀ ਅੱਗੇ। ਹੁਣ ਜੀ ਅਗਲਾ ਆ ਗਿਆ ਜੀ ਆਪਣਾ ਬੇਸਿਕ ਸਟਰਕਚਰ ਆਫ ਦਾ ਕਨਸਟੀਟਿਊਸ਼ਨ। ਦੇਖੋ ਜੀ ਪਾਰਲੀਮੈਂਟ ਜਿਹੜਾ ਵਾ ਆਪਣਾ ਕਦੇ ਵੀ ਮਤਲਬ ਅਮੈਂਡਮੈਂਟ ਕਰ ਸਕਦਾ ਵਾ, ਪਰ ਪਾਰਲੀਮੈਂਟ ਕਦੇ ਵੀ ਮਤਲਬ ਆਪਣਾ ਬੇਸਿਕ ਸਟਰਕਚਰ ਆ, ਜਿਹੜੇ ਬੇਸਿਕ ਫੀਚਰ ਨੇ ਆਪਣੇ ਕਨਸਟੀਟਿਊਸ਼ਨ ਦੇ, ਉਹਨੂੰ ਅਮੈਂਡ ਨਹੀਂ ਕਰ ਸਕਦਾ ਗਾ। ਇਹਦਾ ਮਤਲਬ ਇਹ ਨਹੀਂ ਕਿ ਪਾਰਲੀਮੈਂਟ ਉਹ ਕਰਕੇ ਕਹੂਗਾ ਵੀ ਹਾਂ ਜੀ ਅਸੀਂ ਫੰਡਾਮੈਂਟਲ ਰਾਈਟ ਖਤਮ ਕਰ ਦਿੰਦੇ ਆ। ਇਹ ਇਸ ਤਰ੍ਹਾਂ ਦੇ ਨਾਲ ਜਿਹੜੇ ਬੇਸਿਕ ਫੀਚਰ ਜਿਹੜੇ 1950 ਦੇ ਵਿੱਚ ਆਪਣਾ ਬੇਸਿਕ ਸਟਰਕਚਰ ਐਡ ਕੀਤਾ ਵਾ, ਉਹਨੂੰ ਚੇਂਜ ਨਹੀਂ ਕਰ ਸਕਦਾ, ਮਤਲਬ ਉਹਦੇ ਵਿੱਚ ਸੋਧ ਨਹੀਂ ਕਰ ਸਕਦਾ ਗਾ। ਸੋ ਇਹ ਚੀਜ਼ਾਂ ਹੁੰਦੀਆਂ ਨੇ। ਬਸ ਨਾਰਮਲੀ ਤੁਹਾਨੂੰ ਆਊਗਾ ਪੇਪਰ ਦੇ ਵਿੱਚ ਇੱਕ ਕੁਐਸਚਨ ਬਣਿਆ ਹੋਇਆ ਜੀ, ਜਿਹੜਾ ਕਿ ਬੇਸਿਕ ਸਟਰਕਚਰ ਕੈਨ ਨਾਟ ਅਮੈਂਡ ਨਹੀਂ ਕਰ ਸਕਦਾ ਪਾਰਲੀਮੈਂਟ। ਇਹ ਰੂਲਡ ਆਊਟ ਆਪਣਾ ਕਦੋਂ ਕੀਤਾ ਸੀ? ਆਪਣਾ ਇਹ ਫੈਸਲਾ ਕੇਸ਼ਵਾਨੰਦ ਭਾਰਤੀ ਕੇਸ ਹੋਇਆ ਸੀ 1973 ਦੇ ਵਿੱਚ। ਇਹਦੇ ਵਿੱਚ ਇਹ ਚੀਜ਼ ਦੱਸੀ ਗਈ ਸੀਗੀ। ਸੋ ਇਹ ਵੀ ਕੁਐਸਚਨ ਬਣ ਚੁੱਕਿਆ ਵਾ। ਸੋ ਇਹਦੇ ਵਿੱਚ ਜਾਣੀ ਕਿ ਇਹੀ ਆ ਵੀ ਪੇਪਰ ਦੇ ਵਿੱਚ ਆਪਾਂ ਨਾਲ ਦੀ ਨਾਲ ਮੈਂ ਤੁਹਾਨੂੰ ਇਹ ਵੀ ਦੱਸੀ ਜਾਵਾਂਗਾ ਕਿ ਕਿਹੜੀ ਚੀਜ਼ ਦੇ ਉੱਤੇ ਤੁਸੀਂ ਵੱਧ ਫੋਕਸ ਕਰਨਾ, ਕਿਉਂਕਿ ਜੇਕਰ ਪਿਛਲੇ ਪੇਪਰ ਦੇ ਵਿੱਚ ਪ੍ਰੀਵੀਅਸ ਈਅਰ ਪੇਪਰਾਂ ਦੇ ਵਿੱਚ ਕੋਈ ਚੀਜ਼ ਬਣੀ ਹੋਈ ਆ, ਕੁਐਸਚਨ ਬਣਿਆ ਹੋਇਆ, ਇਹਦਾ ਮਤਲਬ ਉਹ ਇੰਪੋਰਟੈਂਟ ਬਾਅਦ ਦੇ ਪੇਪਰ ਦੇ ਵਿੱਚ ਅੱਗੇ ਵੀ ਬਣ ਸਕਦਾ ਵਾ। ਅੱਗੇ ਚੱਲਦੇ ਹਾਂ।
हाँ जी, समय के बीतण के नाल सुप्रीम कोर्ट के उदों बाद भी मतलब बहुत फैसले होए जिहदे विच कि अमेंडमेंट के नाल रिलेटेड बहुत चीज़ां मतलब ऐड भी होईयां दित्तियां गईयां है। सो उन्हां आपां नूं याद करन दी जरूरत नहीं हैगा। नैक्सट आ गया जी हुण जी पेपर दे विच एक क्वेश्चन बनया सी कि अपने भारतीय संविधान नूं किन्ने तरीके नाल सोध कीती जा सकदी है, एक तरीके नाल, दो नाल, जां तीन तरीके नाल। ये क्वेश्चन भी पीटर प्लस भी पुछ चुकिया कि हाँ जी भारतीय संविधान नूं किन्ने तरीके नाल सोधिया जा सकदा, तिन्नां तरीकिਆਂ दे नाल। हुण किहड़े-किहड़े तरीके ने जी, एक तां हुंदा जी सधारण बहुमत, सिंपल मेजोरिटी नाल जिहड़ी पार्लीमेंट दे विच सिंपल मेजोरिटी दे नाल जिहड़ी सोध हो जूगी उहनूं कह दिंदे आ जी आपां, मतलब कि अमेंडमेंट उहनूं आपां कह दिंदे आ कि सिंपल मेजोरिटी, बस सिंपल करूगा पार्लीमेंट ही, ये पावर हैगी पार्लीमेंट कोल ही आ, ये चीज़ याद रखनी है। हुण दूजी आ गई जी स्पैशल मेजोरिटी। हुण विशेष बहुमत का भी एक प्रोविजन ऐड की हुई है इन्होंने कि हाँ जी जे तुसीं सिंपल मेजोरिटी नाल कुछ चीज़ों तुसीं सोध कर सकते हो तो कुछ चीज़ों के जिहड़ा अपना आर्टिकल 368 आ इहदे विच ये चीज़ लिखी हुई है कि स्पैशल मेजोरिटी बारे पूरा डिटेल दे विच दिता होया कि तुसीं स्पैशल मेजोरिटी नाल किहड़ी चीज़ अमेंडमेंट कर सकते हो। हुण तीजी जिहड़ी अपना तरीका वा, तीजे तरीके जे वो कहंदे जी अमेंडमेंट बाय द स्पैशल मेजोरिटी। पहली गल तां जी स्पैशल मेजोरिटी नाल पार्लीमेंट दे विच अमेंडमेंट होऊगी, नाल दी नाल ही जेकर तुसीं ला लो कि घट्टो घट्ट अद्धे राज्यां दीयां जिहड़ियां विधान सभावां स्टेट लैजिसलेचर हुंदा वा, ठीक आ, उन्हां दी भी प्रवानगी जां सहमति होनी चाहिदी आ। सो इहदे विच मतलब इहदे विच सिर्फ उन्हां नूं ही शामिल कीता जाऊगा जेकर मतलब अगे आपां पढ़दे हां कि इहदे विच किहड़े-किहड़े किन्ना नूं शामिल कीता जा। फिलहाल तुसीं ये तीन चीज़ां याद कर लो, अगे तुसीं कन्फ्यूज होवोगे। नैक्सट जी हुण जी संविधान विच सोध प्रक्रिया किहड़े प्रकार की हुंदी है। देखो जी सोध की प्रक्रिया जिहड़ी हुंदी आ जी संसद दे विच लोक सभा जां राज्य सभा दे विच ही शुरू की जा सकदी आ। जरूरी नहीं हुंदा कि सिर्फ लोक सभा दे विच शुरू होऊगी जां राज्य सभा दे विच शुरू होऊगी, ठीक आ। बिल पेश होऊगा, संशोधन का जिहड़ा बिल हुंदा वा, सोध का जिहड़ा बिल हुंदा, सब तो पहलां आपां नूं पता कि बिल हुंदा वा, एक बिल हुंदा वा, वो बाद चों अपना लोक सभा जां राज्य सभा दे विच इंट्रोड्यूस हुंदा वा, फिर उहदे विचों पास होके जांदा हुंदा दोनों की सहमति तो बाद, फिर बाद विच उहदी विच प्रेजिडेंट दे हस्ताक्षर हुंदे आ, ठीक है जी, सिग्नेचर हुंदे ने, उन्हां दी प्रेजिडेंट दी मंजूरी मिलदी हुंदी आ, फिर जाके वो एक एक्ट बनदा हुंदा बिल। सो सारा तो पहला प्रोसैस हुंदा वा बिल, फिर मतलब कि पहला बिल पेश होंदा हुंदा, नॉर्मल सिंपल वर्डां दे विच तुसीं ये चीज़ बन लो, ठीक है। सो यही वो कहंदे आ जी पार्लीमेंट दे विच जेकर पेपर दे विच तुहानूं क्वेश्चन पुछे कि जिहड़ी सोध दी प्रक्रिया वा, प्रोसीजर ऑफ द अमेंडमेंट ऑफ द कॉन्स्टिट्यूशन कित्थे शुरू कीता जा सकदा, तुहानूं कन्फ्यूज करन लई ओह पार्लीमेंट दे विच कल्ला लोक सभा भी दे देणगे ऑप्शन च, राज्य सभा भी दे देणगे, विधान सभा भी दे देणगे ते नाल तुहानूं दोवें भी दे देणगे। तुसीं लाउणा वा पार्लीमेंट दा मतलब हो गया लोक सभा ते राज्य सभा दोनों दा सहमति जरूरी हुंदी आ, ठीक आ। नाल इहदे प्रेजिडेंट हो गया, ठीक है, प्रेजिडेंट बाद चों हस्ताक्षर। हुण प्रेजिडेंट दे विच कोले भी इहदे नाल रिलेटेड कुछ होर पावर्स ने, मतलब जिहड़ी होर किसी तरीके दे नाल प्रेजिडेंट मतलब अपनी मंजूरी दिंदा, इहदे विच थोड़ा जिहा वखरा प्रोसैस आ, वो आपां अगे पढ़ांगे कि हाँ किहड़ी चीज़ आ जिहड़ी प्रेजिडेंट नूं थोड़ी जी घट पावर दित्ती हुई आ उन्हां ने इहदे मामले 'च अमेंडमेंट करन दे मामले दे विच। नैक्सट आ गया जी हाँ जी जिहड़ी अमेंडमेंट इज़ इनिशिएटेड ओनली बाय द इंट्रोड्यूस बाय बिल इन पार्लीमेंट, ये आपां कर लिया। प्रक्रिया जी स्टेट लैजिसलेचर दे विच नहीं हो सकती, राज दी किसी भी मतलब चाहे विधान परिषद आ चाहे विधान सभा वा उहदे विच शुरू नहीं हो सकती, ठीक है। ये चीज़ याद रखना, सिर्फ तो सिर्फ पार्लीमेंट दे विच बिल पेश होऊगा, पार्लीमेंट ही अमेंड कर सकती है। सो ये चीज़ याद रखनी है, मोस्ट इंपॉर्टेंट पॉइंट बनता वा। नैक्सट चलते हैं जी आपां हाँ जी बिल जां तां बिल जिहड़ा इंट्रोड्यूस होऊगा पब्लिक मैंबर जिन्हों कि आपां मिनिस्टर कह दिंदे आ, ठीक है, मिनिस्टर दा बिल ये द्वारा इंट्रोड्यूस होऊगा जां और आ गया, ठीक है, इधर और आ गया ना, जां इहदे द्वारा जां और दा प्राइवेट मैंबर दा बिल, ठीक है। पेपर दे विच ये भी क्वेश्चन बनया कि इस तो मिनिस्टर तो बिना जिहड़ा बिल इंट्रोड्यूस किया जाता उहनूं की कहंदे आ, प्राइवेट मैंबर बिल कह दिंदे आ। बस ये नॉर्मल इन्ना समझ लो, इन्ना ज़्यादा आपां नूं डिटेल च करन दी जरूरत नहीं गी। हाँ जी सोध बिल रही राष्ट्रपति की प्रायर परमिशन की जरूरत नहीं होंगी। आ देख लो जी हुण सब तो इंपॉर्टेंट पॉइंट बन गया, जिहड़ा अमेंडमेंट करनी ना जो संसद ने अमेंडमेंट करनी है ये जरूरी नहीं गा भी उन्होंने पहला प्रेजिडेंट तो परमिशन लैनी पैनी है जी, हाँ जी असीं आ चीज़ के सोध करनी आ, सानू परमिशन दो असीं बिल पेश करना वा, है ना, भी ये चीज़ नहीं होगी। प्रेजिडेंट की ये मामले नूं लैके प्रायर परमिशन की लोड़ नहीं होंगी। बस नॉर्मल ये चीज़ याद रखनी बहुत जरूरी है पेपर की, ठीक है जी। सो जिन्ना टाइम थोड़ा बेसिक नहीं पता होगा, तुसीं अजकल ना पेपर के विच कंसैप्चुअल क्वेश्चन पूछे जाते हैं, सिर्फ तुहानूं ये नहीं पूछा जाऊगा कि हाँ जी 42वीं अमेंडमेंट किहदे नाल रिलेटेड सी, 86वीं किहदे नाल सी, 44वीं किहदे नाल सी, इस तरह नहीं पूछा जाऊगा पेपर के विच। अजकल थोड़ा जिहा तुहानूं घुमाया जाता वा पेपर के विच, एग्जामिनर थोड़ा जिहा घुमा के पुछदा वा क्वेश्चन, घुमा के भी वो औखी चीज़ नहीं पुछूगा, पुछू वो बिल्कुल सौखी चीज़, बस थोड़ा जिहा घुमा के थोड़ा जिहा कंसैप्चुअल बेस से पुछूगा कि इन्होंने तैयारी की हुई है सही तरीके नाल। सो थ्योरी तुसीं पढ़ोगे, थ्योरी थोड़ा कवर होना ही नहीं है टॉपिक,
ਜੇ ਸੌਰੀ ਆਪਣਾ MCQ ਕਰੋਗੇ, ਕੱਲੇ MCQ ਦੇ ਵਿੱਚ ਤੁਹਾਡਾ ਇਹ ਕਦੇ ਵੀ ਟੌਪਿਕ ਕਵਰ ਨਹੀਂ ਹੁੰਦੇ, ਖਾਸ ਕਰ ਪੋਲਿਟੀ ਸਟੈਟਿਕ ਜੀਕੇ ਤੁਸੀਂ ਫਿਰ ਵੀ ਕੋਸ਼ਿਸ਼ ਕਰ ਲਓਗੇ ਕਿ ਨੇੜੇ ਚਲੇ ਜਾਓਗੇ ਕੱਲੇ MCQ ਕਰਕੇ, ਪਰ ਪੋਲਿਟੀ ਹੋ ਗਿਆ, ਹਿਸਟਰੀ ਹੋ ਗਿਆ, ਮਾਡਰਨ ਹਿਸਟਰੀ ਹੋ ਗਿਆ, ਚਾਹੇ ਆਪਣੀ ਦੂਸਰੀ ਹੋ ਗਈ, ਇਹਦੇ ਲਈ ਤੁਹਾਨੂੰ ਥਿਊਰੀ ਪੜ੍ਹਨੀ ਹੀ ਪੈਣੀ ਆ, ਬਹੁਤ ਜ਼ਰੂਰੀ ਆ। ਚਾਹੇ ਇਕਨੋਮਿਕਸ ਲਾ ਲਓ, ਚਾਹੇ ਕੋਈ ਵੀ ਸਬਜੈਕਟ ਹੋਰ ਲਾ ਲਓ, ਉਹ ਤੁਹਾਨੂੰ ਪੜ੍ਹਨੀ ਹੀ ਪੈਣੀ ਆ, ਹੋਰ ਕੋਈ ਹੱਲ ਨਹੀਂ। ਹੁਣ ਕਰੰਟ ਅਫੇਅਰ ਤੁਸੀਂ ਸਿੱਧੇ MCQ ਕਰ ਲਓਗੇ, ਕਵਰ ਹੋ ਜਾਂਦੇ ਆ, ਪਰ ਇਹ ਨਹੀਂ ਹੁੰਦਾ ਜੀ ਕਵਰ। ਇਹਦੇ ਲਈ ਥਿਊਰੀ ਜ਼ਰੂਰ ਪੜ੍ਹੋ, ਉਸ ਤੋਂ ਬਾਅਦ MCQ ਲਾਓ। ਹੁਣ ਦੇਖ ਲਓ ਜੀ, ਆਪਣੀ ਜਿਹੜੀ 368 ਨੰਬਰ ਆਰਟੀਕਲ 'ਚ ਆਪਣੀ ਸਪੈਸ਼ਲ ਮੇਜਰਟੀ ਜਿਹੜੀ ਹੁੰਦੀ ਆ, ਉਹ ਕਿਹੜੇ ਤਰੀਕੇ ਦੇ ਨਾਲ ਦਿੱਤੀ ਹੋ। ਦੇਖੋ ਜੀ, ਜਿਹੜੀ ਸਪੈਸ਼ਲ ਮੇਜਰਟੀ ਹੁੰਦੀ ਆ ਨਾ, ਸਪੈਸ਼ਲ ਮੇਜਰਟੀ ਦੇ ਨਾਲ ਜਿਹੜੀ ਮਤਲਬ ਪ੍ਰੋਵਿੰਸ ਕੁਛ ਆਪਣੀਆਂ ਸੁਧੀਆਂ ਜਾਂਦੀਆਂ ਨੇ, ਉਹਦੇ ਵਿੱਚ ਨਾ ਸਿੱਧਾ ਯਾਦ ਹੋਣਾ ਚਾਹੀਦਾ ਤੁਹਾਨੂੰ, ਮੋਰ ਦੈਨ 50% ਆਫ ਦਾ ਟੋਟਲ ਮੈਂਬਰਸ਼ਿਪ ਆਫ ਦਾ ਹਾਊਸ। ਦੇਖੋ 50% ਤੋਂ ਵੱਧ ਜਿਹੜੇ ਟੋਟਲ ਮੈਂਬਰਸ਼ਿਪ ਦੀ ਵੋਟਿੰਗ ਹੁੰਦੀ ਆ, ਠੀਕ ਆ, ਤੇ ਨਾਲ ਹੀ ਪਲੱਸ ਮੇਜਰਟੀ ਆਫ ਦਾ 2/3 ਆਫ ਦਾ ਮੈਂਬਰਸ ਆਫ ਦਾ ਹਾਊਸ ਪ੍ਰੈਜ਼ੈਂਟ ਐਂਡ ਵੋਟਿੰਗ, ਠੀਕ ਹੈ ਜੀ, ਮਤਲਬ ਪ੍ਰੈਜ਼ੈਂਟ ਵੀ ਹੋਣੇ ਚਾਹੀਦੇ ਤੇ ਵੋਟ ਵੀ ਕਰਨੇ ਚਾਹੀਦੇ। ਸੋ ਆਹ 2 ਪੁਆਇੰਟ ਯਾਦ ਕਰ ਲਓ। ਵੈਸੇ ਇਹ ਟੌਪਿਕ ਨਾ ਬਹੁਤ ਜ਼ਿਆਦਾ ਵੱਡਾ ਹੋ ਜਾਊਗਾ ਜੇਕਰ ਇਹਨੂੰ ਆਪਾਂ ਸਮਝਣ ਲੱਗੇ। ਸੋ ਆਪਾਂ ਥੋੜਾ ਅੱਗੇ ਆਪਾਂ ਅਮੈਂਡਮੈਂਟ ਵੀ ਪੜ੍ਹਨੀਆਂ ਨੇ, ਠੀਕ ਆ, ਸੋ ਜ਼ਿਆਦਾ ਵੀ ਆਪਾਂ ਇਹਨੂੰ ਡਿਟੇਲ ਦੇ ਵਿੱਚ ਨਹੀਂ ਕਰਦਾ। ਤੁਸੀਂ ਇਹ ਚੀਜ਼ ਯਾਦ ਕਰੋ, ਕੋਈ ਤੁਹਾਨੂੰ ਆਈ ਨਹੀਂ ਪੁੱਛਣ ਲੱਗੇਗੇ ਉਹ ਕਿ ਹਾਂਜੀ 543 ਮੈਂਬਰ ਲੋਕ ਸਭਾ ਦੇ ਨੇ, ਇਹਨਾਂ ਚੋਂ ਕਿੰਨੇ ਮੈਂਬਰ ਹੋਣਗੇ ਤਾਂ ਜਾ ਕੇ ਇਹ ਬਿੱਲ ਜਿਹੜਾ ਹੋਊਗਾ ਇਹ ਆਪਣਾ ਪਾਸ ਹੋਊਗਾ, ਇਹ ਨਹੀਂ ਪੁੱਛਣਗੇ ਉਹਨਾਂ ਨੇ। ਆਹ ਤੁਹਾਨੂੰ ਕਨਸੈਪਚੁਅਲ ਵੇਸ ਬਸ ਸਿੰਪਲ ਆਹ ਚੀਜ਼ ਪੁੱਛਣਗੇ ਕਿ ਹਾਂਜੀ ਜਿਹੜੀ ਸਪੈਸ਼ਲ ਮੇਜਰਟੀ ਦਾ ਮਤਲਬ ਕੀ ਹੁੰਦਾ। ਆਪਸ਼ਨ ਦੇ ਵਿੱਚ ਤੁਹਾਨੂੰ ਬਸ ਜਿੱਥੇ ਦਿਖ ਗਿਆ ਕਿ ਮੋਰ ਦੈਨ 50% ਆਫ ਦਾ ਟੋਟਲ ਮੈਂਬਰਸ਼ਿਪ ਆਫ ਦਾ ਹਾਊਸ ਨਾਲ ਪਲੱਸ ਮੇਜਰਟੀ ਆਫ ਦਾ 2/3 ਆਫ ਦਾ ਮੈਂਬਰ ਆਫ ਦਾ ਹਾਊਸ ਪ੍ਰੈਜ਼ੈਂਟ ਐਂਡ ਵੋਟਿੰਗ, ਬਸ ਆਹ ਯਾਦ ਰੱਖ ਲਿਓ, ਠੀਕ ਆ। 2 ਚੀਜ਼ਾਂ ਹੋ ਗਈਆਂ, ਠੀਕ ਹੈ ਜੀ। ਆਹ ਵੀ ਇੱਕ ਚੀਜ਼ 50% ਤੋਂ ਇੱਕ ਵੱਧ, ਇਹ ਯਾਦ ਰੱਖ ਲਿਓ, ਬਟ ਇਹਦੇ ਵਿੱਚ ਇਕੱਲਾ 2/3 ਹੀ ਹੈ, ਇਹਦੇ ਵਿੱਚ 2/3 ਤੋਂ ਵੱਧ ਨਹੀਂ ਹੁੰਦਾ, ਠੀਕ ਆ। ਮੰਨ ਲਓ ਕੋਈ ਵੀ ਆਪਾਂ ਲਾ ਲਓ, ਆਪਾਂ ਮੰਨ ਲਓ 400 ਬੰਦੇ ਮੰਨ ਲਓ, ਠੀਕ ਆ, 400 ਬੰਦੇ ਹੈਗੇ ਨੇ, 400 ਬੰਦੇ ਦੀ ਮੰਨ ਲਓ ਸਟਰੈਂਥ ਆ, ਠੀਕ ਆ। 400 ਦੇ ਵਿੱਚੋਂ ਜੇਕਰ 200 ਆ ਗਏ ਤੇ 200 ਦੇ ਵਿੱਚ ਇੱਕ ਬੰਦਾ ਪਲੱਸ ਕਰ ਦੋ ਤਾਂ 201 ਹੋ ਗਿਆ। ਮਤਲਬ ਜੇ 201 ਦਾ ਮਤਲਬ ਹੋ ਗਿਆ ਕਿ ਆਹ 50% ਇਹ ਚੀਜ਼ ਹੋ ਤੂੰ ਇੱਕ ਵੱਧ ਹੋ ਗਿਆ ਤਾਂ ਚਲੋ ਕੋਈ ਦਿੱਕਤ ਵਾਲੀ ਗੱਲ ਨਹੀਂ ਗੀ, ਮਤਲਬ ਇੱਕ ਵੱਧ ਹੋਣਾ ਚਾਹੀਦਾ। ਟੋਟਲ ਪੂਰੇ 50% ਨਹੀਂ ਲਿਖਿਆ ਹੋਇਆ ਇਹਦੇ ਵਿੱਚ, ਪਰ ਇਹਦੇ ਵਿੱਚ 2/3 ਜ਼ਰੂਰ ਰੱਖਿਆ ਹੋਇਆ। ਮਤਲਬ ਕਿ 90 ਮੈਂਬਰ ਨੇ, 90 ਦੇ ਵਿੱਚੋਂ ਜੇਕਰ 60 ਬੰਦੇ ਵੀ ਪ੍ਰੈਜ਼ੈਂਟ ਤੇ ਵੋਟਿੰਗ ਕਰਦੇ ਨੇ ਤਾਂ ਇਹਨੂੰ ਆਪਾਂ ਸਪੈਸ਼ਲ ਜਿਹੜਾ ਆਪਣੀ ਮੇਜਰਟੀ ਕਹਿ ਦਿੰਦੇ ਆ, ਠੀਕ ਆ। ਇਹ ਪੂਰਾ ਵਾ, ਉਹਦੇ ਵਿੱਚ ਇੱਕ ਵੱਧ ਹੋਣਾ ਚਾਹੀਦਾ ਜ਼ਰੂਰੀ, ਬਸ ਇਹ 2 ਚੀਜ਼ਾਂ ਯਾਦ ਹੋਣ। ਹਾਂਜੀ, ਜਦੋਂ ਤੁਸੀਂ MCQ ਕਰੋਗੇ ਨਾ ਤੁਹਾਨੂੰ ਆਰਾਮ ਨਾਲ ਸਮਝ ਆ ਜਾਊਗਾ, ਕੋਈ ਖਾਸ ਵੱਡੀ ਗੱਲ ਨਹੀਂ ਇਹਦੇ ਵਿੱਚ। ਹਰੇਕ ਸਦਨ ਵਿੱਚ ਵੱਖਰੇ ਤੌਰ ਤੇ ਬਿੱਲ ਪੇਸ਼ ਕੀਤਾ ਜਾਣਾ ਚਾਹੀਦਾ। ਇਹਦਾ ਮਤਲਬ ਇਹ ਨਹੀਂਗਾ ਕਿ ਹਾਂਜੀ ਲੋਕ ਸਭਾ ਨੇ ਪਹਿਲਾਂ ਬਿੱਲ ਪੇਸ਼ ਕੀਤਾ ਤੇ ਬਾਅਦ ਚ ਰਾਜ ਸਭਾ 'ਚ ਨਹੀਂ ਜਾਊਗਾ। ਲੋਕ ਸਭਾ ਦੇ ਵਿੱਚ ਵੀ ਪੇਸ਼ ਹੋਊਗਾ ਤੇ ਰਾਜ ਸਭਾ ਦੇ ਵਿੱਚ ਵੀ ਪੇਸ਼ ਹੋਊਗਾ, ਤੇ ਜੇਕਰ ਲੋਕ ਸਭਾ ਅਤੇ ਰਾਜ ਸਭਾ ਦੇ ਵਿੱਚ ਸਹਿਮਤੀ ਹੋਗੀ, ਮੰਨ ਲਓ ਦੋਨਾਂ ਦੇ ਵਿੱਚ ਕੋਈ ਡਿਸਐਗਰੀਮੈਂਟ ਹੋ ਗਿਆ, ਠੀਕ ਆ ਜੀ, ਇਹਦੇ ਲਈ ਮਤਲਬ ਦੋਨਾਂ ਦੀ ਸਹਿਮਤੀ ਜ਼ਰੂਰੀ ਹੁੰਦੀ ਆ, ਤਾਂ ਉਹ ਬਿੱਲ ਨੂੰ ਰਿਜੈਕਟਡ ਕਰਾਰ ਦਿੱਤਾ ਜਾਊਗਾ। ਬਸ ਇੰਨੀ ਚੀਜ਼ ਯਾਦ ਕਰ ਲਓ। ਹੁਣ ਜੀ ਸੰਵਿਧਾਨ ਸੋਧ ਬਿੱਲ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਇਹ ਪਾਸ ਕਰਨ ਦੇ ਉਦੇਸ਼ ਲਈ ਸੰਵਿਧਾਨ ਵਿੱਚ ਸੰਯੁਕਤ ਸੈਸ਼ਨ, ਜਿਹਨੂੰ ਆਪਾਂ ਜੁਆਇੰਟ ਸੈਸ਼ਨ ਕਹਿੰਦੇ ਆ, ਠੀਕ ਆ, ਕਨਸਟੀਟਿਊਸ਼ਨ ਦਾ, ਉਹ ਫॉर ਦੀ ਪਰਪਸ ਆਫ ਪਾਸਿੰਗ, ਮਤਲਬ ਇਹਦੇ ਵਿੱਚ ਕੋਈ ਵੀ ਜੁਆਇੰਟ ਸੈਸ਼ਨ ਦੀ ਕੋਈ ਵੀ ਵਿਵਸਥਾ ਨਹੀਂ ਹੈਗੀ। ਮੰਨ ਲਓ ਇਹਦੇ ਵਿੱਚ ਐਂ ਨਹੀਂਗਾ ਕਿ ਮਤਲਬ ਕਿ ਕਨਸਟੀਟਿਊਸ਼ਨ ਦਾ ਕੋਈ ਅਮੈਂਡਮੈਂਟ ਬਿੱਲ ਆ, ਦੋਨਾਂ ਦੇ ਵਿੱਚ ਸਹਿਮਤੀ ਜ਼ਾਹਿਰ ਹੋ ਗਈ ਵੀ ਹਾਂਜੀ ਨਹੀਂ ਹੋ ਰਿਹਾ ਜੀ, ਸੈੱਟ ਹੋ ਨਹੀਂ ਹੋ ਰਿਹਾ, ਫਿਰ ਇਹਦਾ ਮਤਲਬ ਐਂ ਨਹੀਂ ਕਿ ਪ੍ਰੈਜ਼ੀਡੈਂਟ ਉਹਨਾਂ ਨੂੰ ਜੁਆਇੰਟ ਸੈਟਿੰਗ ਲਈ ਬੁਲਾ ਲੂਗਾ ਵੀ ਆ ਜਾਓ ਤੁਸੀਂ ਯਾਰ ਦੇਖੋ ਆਪਦਾ ਵੀ ਹੱਲ ਕਰੋ ਇਹਦਾ, ਠੀਕ ਆ। ਸੋ ਪ੍ਰੈਜ਼ੀਡੈਂਟ ਇਹ ਮਾਮਲੇ ਦੇ ਵਿੱਚ ਜਿਹੜੇ ਆਪਣੇ ਹੁੰਦਾ ਸਿਰਫ ਆਰਡੀਨਰੀ ਬਿੱਲ ਜਿਹੜੇ ਹੁੰਦੇ ਨੇ ਉਹਦੇ ਵਿੱਚ ਹੀ ਜਿਹੜਾ ਪ੍ਰੈਜ਼ੀਡੈਂਟ ਹੁੰਦਾ, ਜਦੋਂ ਕੋਈ ਡਿਸਐਗਰੀਮੈਂਟ ਹੁੰਦਾ ਤਾਂ ਜੁਆਇੰਟ ਸੈਸ਼ਨ ਜਿਹੜਾ ਬੁਲਾਉਂਦਾ ਹੁੰਦਾ ਵਾ, ਇਹਦੇ ਲਈ ਨਹੀਂ ਬੁਲਾਊਗਾ, ਠੀਕ ਆ। ਇਹਦੇ ਵਿੱਚ ਤਾਂ ਬਸ ਐਂ ਆ ਵੀ ਦੋਨਾਂ ਵੱਲੋਂ ਪਾਸ ਹੋਣਾ ਜ਼ਰੂਰੀ ਚਾਹੀਦਾ। ਜਦੋਂ ਦੋਨਾਂ ਵੱਲੋਂ ਪਾਸ ਹੋ ਗਿਆ ਤਾਂ ਚੁੱਪਚਾਪ ਉਹ ਜਿਹੜਾ ਬਿੱਲ ਆ ਪ੍ਰੈਜ਼ੀਡੈਂਟ ਕੋਲੇ ਜਾਊਗਾ ਤਾਂ ਪ੍ਰੈਜ਼ੀਡੈਂਟ ਉਹਨੂੰ ਸਾਈਨ ਕਰਕੇ ਉਹਦਾ ਐਕਟ ਬਣ ਜਾਏਗਾ ਜਾਂ ਉਹਦਾ ਅਮੈਂਡਮੈਂਟ ਹੋ ਜਾਏਗੀ। ਬਸ ਇਹ ਚੀਜ਼ ਹੁੰਦੀ ਆ, ਹੋਰ ਕੋਈ ਇਹਦੇ ਵਿੱਚ ਕੋਈ ਖਾਸ ਵੱਡੀ ਗੱਲ ਨਹੀਂ, ਠੀਕ ਆ। ਆਰਡੀਨਰੀ ਬਿੱਲ ਤੇ ਆਪਣੀ ਦੂਸਰੇ ਅਮੈਂਡਮੈਂਟ ਬਿੱਲ ਦੇ ਵਿੱਚ ਇਹ ਚੀਜ਼ ਦਾ ਫਰਕ ਆ। ਨੈਕਸਟ ਚੱਲਦੇ ਹਾਂ ਜੀ ਹੁਣ ਆਪਾਂ, ਤਾਂ ਜੀ ਨੈਕਸਟ ਆ ਗਿਆ ਜੀ ਸਾਡੇ ਕੋਲੇ, ਜੇਕਰ ਸੋਧ ਬਿੱਲ ਸੰਵਿਧਾਨ ਦੇ ਸੰਘੀ ਪ੍ਰਬੰਧਾਂ ਨੂੰ ਸੋਧਣ ਦੀ ਕੋਸ਼ਿਸ਼ ਕਰਦਾ, ਮਤਲਬ ਫੈਡਰਲ ਪ੍ਰੋਵੀਜ਼ਨ ਨੂੰ ਸੋਧਣ ਦੀ ਕੋਸ਼ਿਸ਼ ਕਰਦਾ ਵਾ, ਮਤਲਬ ਕੋਈ ਇਹੋ ਜਿਹੀਆਂ ਪ੍ਰੋਵੀਜ਼ਨਸ ਹੈਗੀਆਂ ਨੇ ਜਿਹਦੇ ਵਿੱਚ ਕਿ ਸਟੇਟ ਵੀ ਇਨਵੋਲਵ ਹੋ ਰਹੀ ਆ, ਮਤਲਬ ਸਟੇਟ ਦਾ ਵੀ ਉਨਾ ਹੀ ਰੋਲ ਆ ਜਿੰਨਾ ਕਿ ਸੈਂਟਰ ਸਰਕਾਰ ਦਾ ਵਾ, ਤਾਂ ਉਹਦੇ ਵਿੱਚ ਕੀ ਕਰਦੇ ਆ, ਤਾਂ ਉਹਨਾਂ ਨੂੰ ਕੀ ਕਰਨਾ ਪੈਂਦਾ, ਤਾਂ ਉਹਨਾਂ ਨੂੰ ਪ੍ਰਵਾਨਗੀ ਲੈਣੀ ਪੈਂਦੀ ਆ ਕਿਤੋਂ, ਸਟੇਟ ਲੈਜਿਸਲੇਚਰ, ਹਾਫ ਆਫ ਦਾ ਸਟੇਟਸ ਤੋਂ ਉਹਨਾਂ ਨੂੰ ਸਿੰਪਲ ਮੇਜਰਟੀ ਲੈਣੀ ਪੈਂਦੀ ਆ, ਠੀਕ ਆ। ਫੇਰ ਹੀ ਜਾ ਕੇ ਉਹ ਚੀਜ਼ ਮਤਲਬ ਬਿੱਲ ਪੇਸ਼ ਹੋ ਕੇ ਮਤਲਬ ਪੂਰਾ ਪਾਸ ਹੋ ਕੇ ਐਕਟ ਬਣੂਗਾ, ਠੀਕ ਆ, ਅਮੈਂਡਮੈਂਟ ਹੋਊਗੀ ਉਹਦੀ। ਤਾਂ ਜੀ ਨੈਕਸਟ ਜੇਕਰ ਆਪਾਂ ਗੱਲ ਕਰੀਏ ਸੰਸਦ ਅਤੇ ਰਾਜ ਵਿਧਾਨ ਸਭਾਵਾਂ ਦੇ ਵਿੱਚ, ਆਹ ਤਾਂ ਉਹੀ ਚੀਜ਼ ਆ ਗਈ, ਠੀਕ ਆ। ਸੋ ਜਦੋਂ ਇਹਨਾਂ ਦਾ ਮਤਲਬ ਜਿਹੜਾ ਤੀਸਰੇ ਟਾਈਪ ਦਾ ਜਿਹੜਾ ਬਿੱਲ ਹੋ ਗਿਆ, ਜਿਹੜਾ ਆਪਾਂ ਤੀਜੇ ਟਾਈਪ ਦਾ ਬਿੱਲ ਪੜ੍ਹਦੇ ਆ ਹਨਾ, ਬਈ ਜਦੋਂ ਇਹਨਾਂ ਦੇ ਵਿੱਚ ਜਦੋਂ ਨਾਲ ਸਟੇਟ ਵੀ ਇਨਵੋਲਵ ਹੋ ਗਈ, ਤਾਂ ਤੀਜੇ ਟਾਈਪ ਦੇ ਬਿੱਲ ਦੇ ਵਿੱਚ ਜਦੋਂ ਇਹਨਾਂ ਦੋਨਾਂ ਵੱਲੋਂ ਸੰਸਦ ਨੇ ਵੀ ਪਾਸ ਕਰਤਾ ਤੇ ਰਾਜ ਵਿਧਾਨ ਸਭਾਵਾਂ ਵੱਲੋਂ ਵੀ ਪਾਸ ਕਰ ਦਿੱਤਾ ਗਿਆ, ਤਾਂ ਉਹ ਰਾਸ਼ਟਰਪਤੀ ਨੂੰ ਭੇਜ ਦਿੱਤਾ ਜਾਂਦਾ। ਹੁਣ ਦੇਖੋ ਆਹ ਚੀਜ਼ਾਂ, ਪ੍ਰੈਜ਼ੀਡੈਂਟ ਮਸਟ ਗਿਵ ਐਸੈਂਟ ਟੂ ਦਾ ਕਨਸਟੀਟਿਊਸ਼ਨ ਅਮੈਂਡਮੈਂਟ ਬਿੱਲ, ਮਤਲਬ ਕਿ ਪ੍ਰੈਜ਼ੀਡੈਂਟ ਆ ਜਿਹੜਾ ਆਪਣਾ ਰਾਸ਼ਟਰਪਤੀ ਆ ਭਾਰਤ ਦਾ,
ਉਹਨੂੰ ਇਹਨੂੰ ਮਨਜ਼ੂਰੀ ਦੇਣੀ ਹੀ ਪਏਗੀ। ਮਤਲਬ ਇਹ ਨਹੀਂ ਹੋਊਗਾ ਕਿ ਪ੍ਰੈਜ਼ੀਡੈਂਟ ਕਹਿ ਦੂਗਾ ਵੀ ਮੈਂ ਨਹੀਂ ਇਹਦਾ ਮਤਲਬ ਮੈਂ ਨਹੀਂ ਇਹਦੇ ਮਤਲਬ ਰੱਖਦਾਗਾ ਵੀ ਮੈਂ ਨਹੀਂ ਮਨਜ਼ੂਰੀ ਦਿੰਦਾਗਾ ਇਹਦੀ, ਉਹਦੀ ਮਨਜ਼ੂਰੀ ਇਹਨੂੰ ਦੇਣੀ ਹੀ ਪੈਣੀ ਆ। ਠੀਕ ਆ, ਜਦੋਂ ਲੋਕ ਸਭਾ 'ਚ ਪਾਸ ਹੋ ਗਿਆ, ਰਾਜ ਸਭਾ 'ਚ ਹੋ ਗਿਆ, ਜੇ ਤੀਜੇ ਟਾਈਪ ਦੀ ਅਮੈਂਡਮੈਂਟ ਆ ਜਿਹਦੇ ਵਿੱਚ ਸਟੇਟ ਵੀ ਇਨਵੋਲਵ ਹੋ ਗਈਆਂ, ਉਹਨਾਂ ਤੋਂ ਪਾਸ ਹੋ ਕੇ ਆ ਗਿਆ ਇੱਕ ਵਾਰੀ, ਤਾਂ ਪ੍ਰੈਜ਼ੀਡੈਂਟ ਨੂੰ ਇਹਨੂੰ ਇੱਕ ਵਾਰੀ ਸਾਈਨ ਕਰਨੇ ਹੀ ਪੈਣੇ ਆ। ਬਸ ਇਹ ਚੀਜ਼ ਯਾਦ ਹੋਵੇ। ਹੁਣ ਆ ਗਿਆ ਜੀ, ਆਪਾਂ ਕਰਦੇ ਹਾਂ ਜੀ ਅੱਗੇ ਰਾਸ਼ਟਰਪਤੀ ਸੰਸਦ ਦੇ। ਹੁਣ ਦੇਖੋ ਜੀ, ਪ੍ਰੈਜ਼ੀਡੈਂਟ ਜਿਹੜਾ ਇਹ ਬਿੱਲ ਵਾਪਸ ਵੀ ਨਹੀਂ ਕਰ ਸਕਦਾ। ਇਹਨੂੰ ਦੇਖੋ ਜੀ, ਅਮੈਂਡਮੈਂਟ ਬਿੱਲ ਇਹੀ ਆ ਕਿ ਅਮੈਂਡਮੈਂਟ ਬਿੱਲ ਦੇ ਵਿੱਚ ਪ੍ਰੈਜ਼ੀਡੈਂਟ ਦੀ ਪਾਵਰ, ਆਪਾਂ ਇਹ ਨਹੀਂ ਕਹਿ ਸਕਦੇ ਕਿ ਬਹੁਤ ਪਾਵਰ ਆ, ਪ੍ਰੈਜ਼ੀਡੈਂਟ ਨੂੰ ਉਹਦੇ ਸਾਈਨ ਵੀ ਕਰਨੇ ਪੈਣੇ ਆ, ਉਹ ਵਾਪਸ ਵੀ ਨਹੀਂ ਕਰ ਸਕਦਾ ਵੀ ਆਹ ਦੇਖੋ ਯਾਰ ਆਪਦਾ ਪੁਨਰ ਵਿਚਾਰ ਕਰੋ ਇਹਦੇ ਤੇ, ਰੀਕਨਸੀਡਰੇਸ਼ਨ ਲਈ ਵਾਪਸ ਵੀ ਨਹੀਂ ਭੇਜ ਸਕਦਾ ਵਾ ਪ੍ਰੈਜ਼ੀਡੈਂਟ, ਇਹਨੂੰ ਸਾਈਨ ਕਰਨੇ ਹੀ ਪੈਣੇ ਆ ਪ੍ਰੈਜ਼ੀਡੈਂਟ ਨੂੰ। 1971 ਦੀ ਇੱਕ ਸੰਵਿਧਾਨਕ ਸੋਧ ਹੋਈ ਸੀ, 24ਵੀਂ ਜਿਹੜੀ ਕਨਸਟੀਟਿਊਸ਼ਨ ਅਮੈਂਡਮੈਂਟ ਹੋਈ ਸੀ, ਜਿਹਦੇ ਵਿੱਚ ਕਿ ਸੰਵਿਧਾਨਕ ਬਿੱਲ ਜਿਹੜੇ ਆਪਣੇ ਕਨਸਟੀਟਿਊਸ਼ਨ ਅਮੈਂਡਮੈਂਟ ਬਿੱਲ ਹੁੰਦੇ ਨੇ, ਉਹਦੀ ਮਨਜ਼ੂਰੀ ਦੇਣ ਲਈ ਰਾਸ਼ਟਰਪਤੀ ਨੂੰ ਲਾਜ਼ਮੀ ਕਰ ਦਿੱਤਾ ਗਿਆ। ਠੀਕ ਹੈ, ਬਸ ਇਹ ਨਾਰਮਲੀ ਤੁਹਾਨੂੰ ਯਾਦ ਹੋਣਾ ਚਾਹੀਦਾ। ਰਾਸ਼ਟਰਪਤੀ ਦੀ ਮਨਜ਼ੂਰੀ ਤੋਂ ਬਾਅਦ ਹੀ ਇਹ ਸੋਧ ਬਿੱਲ ਜਿਹੜਾ ਕਨਸਟੀਟਿਊਸ਼ਨ ਅਮੈਂਡਮੈਂਟ ਬਿੱਲ ਆ ਉਹ ਐਕਟ ਬਣਦਾ ਹੁੰਦਾ ਵਾ। ਨੈਕਸਟ ਆ ਗਿਆ, ਹੁਣ ਆ ਗਿਆ ਆਪਾਂ ਜੀ ਵੀ ਸਿੰਪਲ ਮੇਜਰਟੀ। ਹੁਣ ਆਪਾਂ ਕਰਨਾ ਜੀ ਸਿੰਪਲ ਮੇਜਰਟੀ, ਪਹਿਲੀ ਟਾਈਪ ਦੀ ਜਿਹੜੀ ਆਪਣੀ 3 ਤਰੀਕੇ ਨਾਲ ਸੋਧਿਆ ਜਾਂਦਾ। ਠੀਕ ਆ, ਪਹਿਲਾਂ ਆਪਾਂ ਸਿੰਪਲ ਕਰਾਂਗੇ, ਫਿਰ ਆਪਾਂ ਸਪੈਸ਼ਲ ਕਰਾਂਗੇ, ਫਿਰ ਆਪਾਂ ਜਿਹਦੇ ਵਿੱਚ ਸਟੇਟ ਵੀ ਇਨਵੋਲਵ ਹੁੰਦੀ ਆ ਉਹ ਵਾਲੀ ਕਰਾਂਗੇ। ਸਧਾਰਨ ਬਹੁਮਤ ਨਾਲ ਸੰਵਿਧਾਨ ਦੀ ਸੋਧ ਧਾਰਾ 368 ਦੇ ਦਾਇਰੇ ਤੋਂ ਬਾਹਰ ਆ। ਠੀਕ ਹੈ ਜੀ, 368 ਦੇ ਦਾਇਰੇ ਦੇ ਅੰਦਰ, ਕਿਉਂਕਿ 368 ਦੇ ਵਿੱਚ ਜ਼ਿਆਦਾਤਰ ਉਹ ਚੀਜ਼ ਲਿਖੀ ਹੋਈ ਆ ਕਿ ਹਾਂਜੀ ਸਪੈਸ਼ਲ ਮੇਜਰਟੀ ਨਾਲ ਤੁਸੀਂ ਅਮੈਂਡ ਕਰਨਾ ਵਾ, ਇਹ ਕਰਨਾ। ਸੋ ਇਹਦੇ ਵਿੱਚ ਕੀ ਲਿਖਿਆ ਹੋਇਆ ਵਾ, ਜਿਹੜੀ ਇਹਦੇ ਵਿੱਚ ਆਪਣਾ ਲਿਖਿਆ ਹੋਇਆ ਸਿੰਪਲ ਮੇਜੋਰਟੀ ਦੇ ਵਿੱਚ, ਇਹਦੇ ਵਿੱਚ ਸੰਵਿਧਾਨ ਵਿੱਚ ਬਹੁਤ ਸਾਰੇ ਉਪਬੰਧ ਨੇ, ਬਹੁਤ ਸਾਰੀਆਂ ਚੀਜ਼ਾਂ ਇਹ 'ਚ ਲਿਖੀਆਂ ਹੋਈਆਂ, ਮਤਲਬ ਬਹੁਤ ਜ਼ਿਆਦਾ ਪਾਵਰ ਦਿੱਤੀ ਹੋਈ ਆ ਪਾਰਲੀਮੈਂਟ ਨੂੰ ਇਹਨਾਂ ਨੇ, ਜੋ ਕਿ ਸੰਸਦ ਦੇ ਸਧਾਰਨ ਬਹੁਮਤ ਦੁਆਰਾ ਸੋਧੇ ਜਾ ਸਕਦੇ ਨੇ। ਮਤਲਬ ਕਿ ਸੰਸਦ ਦੇ ਸਦਨ ਦੇ ਪ੍ਰੈਜ਼ੈਂਟ ਮੈਂਬਰ ਦੀ 50% ਤੋਂ ਵੱਧ ਵਾਲੀ ਵੋਟ ਦੀ ਸਾਰੀ ਸਿੰਪਲ ਮੇਜਰਟੀ ਹੋ ਜਾਂਦੀ ਆ। ਬਸ ਇਹ ਚੀਜ਼ਾਂ ਠੀਕ ਆ। ਬਸ ਇਹਦੇ ਵਿੱਚ ਸਿੰਪਲ ਇਹੀ ਆ ਕਿ ਮੰਨ ਲਓ ਹਾਂਜੀ ਪਾਰਲੀਮੈਂਟ ਦੇ ਵਿੱਚ ਗਏ ਨੇ 400 ਆਪਣੇ ਪ੍ਰੈਜ਼ੀਡੈਂਟ ਨੇ, 400 ਆਪਣੇ ਹੈਗੇ ਨੇ। ਠੀਕ ਆ, 400 ਵੋਟਿੰਗ ਵਾਲੇ ਮੈਂਬਰ ਹੈਗੇ ਨੇ, ਤਾਂ 400 ਦੇ ਵਿੱਚੋਂ ਜੇਕਰ 200 ਤੋਂ ਵੱਧ ਵੋਟ ਹੋ ਜਾਂਦੀ ਹੈ, ਠੀਕ ਆ, ਸੋ 200 ਤੋਂ ਵੱਧ ਵੋਟ ਹੋ ਜਾਂਦੀ ਆ, ਦੈਨ ਉਹ ਵਾਲੇ 200 + 1 ਹੋ ਗਈ, ਤਾਂ ਇਹ ਸਿੰਪਲ ਮੇਜਰਟੀ ਦੇ ਨਾਲ ਸੋਧਿਆ ਜਾ ਸਕਦਾ ਵਾ। ਸੋ ਕੋਈ ਦਿੱਕਤ ਵਾਲੀ ਗੱਲ ਨਹੀਂ ਇਹਦੇ ਵਿੱਚ। ਹੁਣ ਨੈਕਸਟ ਜੇਕਰ ਆਪਾਂ ਗੱਲ ਕਰੀਏ ਤਾਂ ਜੀ ਨੈਕਸਟ ਕਹਿੰਦੇ ਆ ਜੀ ਸਾਨੂੰ ਨਵੇਂ ਰਾਜਾਂ ਦਾ ਦਾਖਲਾ। ਹੁਣ ਇਹਦੇ ਵਿੱਚ ਕਿਹੜੀਆਂ ਚੀਜ਼ਾਂ, ਕੁਛ ਚੀਜ਼ਾਂ ਵੀ ਇਹਨਾਂ ਨੇ ਸ਼ਾਮਲ ਕੀਤੀਆਂ ਹੋਈਆਂ ਨਾ, ਵੀ ਹਾਂਜੀ ਇਹਦੇ ਵਿੱਚ ਦੱਸੋ ਜੀ ਇਹਦੇ ਵਿੱਚ ਕਿਹੜੀ ਚੀਜ਼ ਸ਼ਾਮਲ ਆ। ਐਡਮਿਸ਼ਨ ਆਫ ਦਾ ਨਿਊ ਸਟੇਟ। ਠੀਕ ਹੈ, ਕੋਈ ਸਟੇਟ ਦੇ ਵਿੱਚ ਮੰਨ ਲਓ ਨਵੇਂ ਰਾਜ ਦੀ ਸਿਰਜਣਾ ਕਰਨੀ ਆ, ਆਲਟਰ ਕਰਨੀ ਆ, ਨਵੇਂ ਰਾਜ ਦਾ ਦਾਖਲਾ ਕਰਨਾ ਵਾ, ਇਹ ਵੀ ਇਹਦੇ ਵਿੱਚ ਸਿੰਪਲ ਮੇਜਰਟੀ ਨਾਲ ਹੁੰਦਾ ਵਾ ਇਹ। ਠੀਕ ਆ, 50+1। ਤਾਂ ਜੀ ਰਾਜ ਵਿਧਾਨ ਪਰਿਸ਼ਦ ਦੀ ਸਿਰਜਣਾ ਜਾਂ ਖਤਮ ਕਰਨਾ, ਮਤਲਬ ਆਰਟੀਕਲ 169 ਆ ਗਿਆ। ਠੀਕ ਆ, ਤਾਂ ਨੈਕਸਟ ਆਪਣਾ ਆਹ ਕਰਿਆ ਹੋਇਆ ਵਾ ਆਪਾਂ। ਠੀਕ ਆ ਜੀ, ਕ੍ਰੀਏਸ਼ਨ ਆਫ ਦਾ ਅਬੋਲਿਸ਼ਨ ਆਫ ਦਾ ਸਟੇਟ ਲੈਜਿਸਲੇਟਿਵ ਕਾਉਂਸਲ ਨੂੰ ਜੇਕਰ ਆਪਣਾ ਅਬੋਲਿਸ਼ ਕਰਨਾ ਜਾਂ ਉਹ ਕਰਨਾ ਵਾ, 169 ਇਹ ਵੀ ਸਿੰਪਲ ਮੇਜਰਟੀ ਦੇ ਨਾਲ ਹੀ ਹੋ ਜਾਂਦਾ ਵਾ। ਸੰਸਦ ਦੇ ਵਿੱਚ ਕੋਰਮ ਪੇਸ਼ ਕਰਨਾ, ਆਰਟੀਕਲ 100 ਦੇ ਵਿੱਚ, ਇਹ ਵੀ ਇਹਦੇ ਵਿੱਚ ਸੰਸਦ ਦੀਆਂ ਪ੍ਰਕਿਰਿਆਵਾਂ ਦੇ ਮਤਲਬ ਰੂਲ ਵਗੈਰਾ ਕੋਈ ਉਹ ਕਰਨੇ ਨੇ। ਠੀਕ ਆ, ਪ੍ਰੋਸੀਜਰ ਪਾਰਲੀਮੈਂਟ ਦੇ, ਉਹ ਸੰਸਦ ਦੇ ਮੈਂਬਰਾਂ ਦੀਆਂ ਤਨਖਾਹਾਂ ਭੱਤੇ ਵੀ ਸਿੰਪਲ ਮੇਜਰਟੀ ਨਾਲ, ਇਹਦੇ ਲਈ ਕੋਈ ਸਪੈਸ਼ਲ ਮੇਜਰਟੀ ਦੀ ਲੋੜ ਨਹੀਂ ਪੈਂਦੀ। ਸੰਸਦ ਦੇ ਵਿੱਚ ਅੰਗਰੇਜ਼ੀ ਭਾਸ਼ਾ ਦੀ ਵਰਤੋਂ ਕਰਨੀਆਂ, ਸਰਕਾਰੀ ਭਾਸ਼ਾ ਦੀ ਆਫੀਸ਼ੀਅਲ ਲੈਂਗੁਏਜ ਨਾਲ ਰਿਲੇਟਡ ਕੋਈ ਵੀ ਅਮੈਂਡਮੈਂਟ ਕਰਨੀਆਂ ਕਰ ਸਕਦੇ ਨੇ, ਸਿਟੀਜ਼ਨਸ਼ਿਪ ਨਾਲ ਰਿਲੇਟਡ ਕੋਈ ਵੀ ਅਮੈਂਡਮੈਂਟ ਕਰਨੀਆਂ ਕਰ ਸਕਦੇ, 5ਵੀਂ ਅਨੁਸੂਚੀ ਐਂਡ 6ਵੀਂ ਅਨੁਸੂਚੀ ਜਿਹਦੇ ਵਿੱਚ ਕਰਦੇ ਆ ਤਾਂ ਕਰ ਸਕਦੇ ਨੇ। ਬਸ ਹੁਣ ਆ ਗਿਆ ਜੀ ਕੰਮ ਆਪਣੇ ਕੋਲ ਸਪੈਸ਼ਲ ਮੇਜਰਟੀ। ਸਪੈਸ਼ਲ ਮੇਜਰਟੀ ਸਾਨੂੰ ਕਹਿੰਦੀ ਆ ਸੰਵਿਧਾਨ ਦੀਆਂ ਜ਼ਿਆਦਾਤਰ ਵਿਵਸਥਾਵਾਂ ਨੂੰ ਵਿਸ਼ੇਸ਼ ਬਹੁਮਤ ਨਾਲ ਸੋਧਣ ਦੀ ਲੋੜ ਹੈ। ਠੀਕ ਆ ਜੀ, ਤਾਂ ਇਹ ਕਹਿੰਦੇ ਆ ਜੀ ਸਪੈਸ਼ਲ ਮੇਜਰਟੀ ਦੀ ਲੋੜ ਹੁੰਦੀ ਹੈ। ਇਹਦੇ 'ਚ ਹੁੰਦੀ ਕੀ ਆ ਜੀ, ਹੁਣ ਸਪੈਸ਼ਲ ਮੇਜਰਟੀ ਆਪਾਂ ਐਂ ਵੀ ਦੇਖ ਲਈਏ, ਹਰੇਕ ਸਦਨ ਦੀ ਕੁੱਲ ਮੈਂਬਰਸ਼ਿਪ ਦੀ ਬਹੁਗਿਣਤੀ, ਦਿਸ ਇਜ਼ ਟੋਟਲ ਮੈਂਬਰਸ਼ਿਪ ਆਫ ਦਾ ਈਚ ਹਾਊਸ। ਹੁਣ ਚੰਗੀ ਤਰ੍ਹਾਂ ਦੇਖ ਲਿਓ ਇਹਨੂੰ। ਠੀਕ ਆ ਜੀ, ਵੈਸੇ ਉੱਪਰ ਮੈਂ ਤੁਹਾਨੂੰ ਦੱਸਤਾ ਹੋਇਆ, ਮੋਰ ਦੈਨ 50% ਆਫ ਦਾ ਟੋਟਲ ਮੈਂਬਰ, ਟੋਟਲ ਮੈਂਬਰਾਂ ਦਾ ਮੋਰ ਦੈਨ 50%, ਐਂਡ 2/3 ਮੈਂਬਰ ਆਫ ਦਾ ਈਚ ਹਾਊਸ ਪ੍ਰੈਜ਼ੈਂਟ ਐਂਡ ਵੋਟਿੰਗ। ਬਸ ਇੰਨਾ ਕਰ ਲਓ, ਹੋਰ ਕੁਛ ਨਹੀਂ ਕਰਨਾ। ਵਿਸ਼ੇਸ਼ ਬਹੁਮਤ ਦੁਆਰਾ ਸੋਧਿਆ ਜਾ ਸਕਦਾ ਤੇ ਮਹੱਤਵਪੂਰਨ ਵਿਵਸਥਾ ਕਰਦਾ ਵਾ, ਇੰਪੋਰਟੈਂਟ ਆ। ਹੁਣ ਇਹਦੇ ਵਿੱਚ ਕੀ ਹੈ, ਇਹਦੇ ਵਿੱਚ ਜ਼ਿਆਦਾਤਰ ਨਾ ਮੌਲਿਕ ਅਧਿਕਾਰ ਹੋ ਗਏ, ਫੰਡਾਮੈਂਟਲ ਰਾਈਟਸ ਹੋ ਗਏ, ਜਾਂ DPSP, ਇਹਦੇ ਨਾਲ ਰਿਲੇਟਡ ਕੋਈ ਵੀ ਸੋਧ ਕਰਨੀ ਆ ਤਾਂ ਸਪੈਸ਼ਲ ਮੇਜਰਟੀ ਦੀ ਲੋੜ ਪਏਗੀ। ਬਸ ਇਹ ਚੀਜ਼ ਯਾਦ ਰੱਖਣੀ। ਹੁਣ ਜੀ ਜੇ ਬਾਕੀ ਹੋਰ ਇਹਦੇ 'ਚ ਕੀ ਹੁੰਦਾ, ਜਿਹੜੇ ਵੀ ਮਤਲਬ ਜਿਹੜੇ ਕਿ ਸਿੰਪਲ ਮੇਜਰਟੀ ਦੇ ਵਿੱਚ ਨਾ ਨਹੀਂ ਆਏਗੇ, ਜਾਂ ਜਿਹੜੀ ਸਪੈਸ਼ਲ ਮੇਜਰਟੀ ਜਿਹੜੀ ਪਾਰਲੀਮੈਂਟ ਤੇ ਸਟੇਟ ਦੀ ਇਨਵੋਲਵਮੈਂਟ ਨਾਲ ਹੁੰਦੀ ਆ, ਉਦੋਂ ਬਿਨਾਂ ਹੋਰ ਕੋਈ ਵੀ ਪ੍ਰਬੰਧ ਆ ਗਿਆ, ਉਹ ਵੀ ਸਾਰੇ ਆਪਣੇ ਇਹਦੇ ਵਿੱਚ ਸਪੈਸ਼ਲ ਮੇਜਰਟੀ ਦੇ ਨਾਲ ਹੀ ਸੋਧਿਆ ਜਾਊਗਾ। ਬਸ ਇੰਨੀ ਯਾਦ ਕਰ ਲਓ। ਹੁਣ ਜੀ ਸੰਸਦ ਦੇ ਵਿਸ਼ੇਸ਼ ਬਹੁਮਤ ਦੁਆਰਾ ਸੋਧ ਜਿਹੜੇ ਕਿ ਆਪਣੇ ਹੁੰਦਾ ਕਿ ਘੱਟ ਤੋਂ ਘੱਟ ਜਿਹੜੇ ਅੱਧੇ ਰਾਜਾਂ ਦੀ ਜਿਹੜੀ ਸਹਿਮਤੀ ਜ਼ਰੂਰੀ ਹੁੰਦੀ ਹੈ, ਜਿਹਦੇ 'ਚ ਸਟੇਟਸ ਇਨਵੋਲਵ ਕਰ ਲਈਆਂ ਇਹਨਾਂ ਨੇ। ਠੀਕ ਹੈ ਜੀ, ਸੰਘੀ ਢਾਂਚੇ ਲਈ ਇਹ ਮੈਂ ਤੁਹਾਨੂੰ ਦੱਸਤਾ ਹੋਇਆ, ਪਹਿਲਾਂ ਹੀ ਦੱਸਤਾ ਹੋਇਆ ਕਿ ਹਾਂਜੀ ਇਹਦੇ 'ਚ ਕੀ ਪ੍ਰੋਸੈਸ ਆ। ਸੰਸਦ ਵਿੱਚ ਵਿਸ਼ੇਸ਼ ਬਹੁਮਤ ਨਾਲ, ਪਹਿਲਾਂ ਤਾਂ ਇਹ ਸੰਸਦ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਸਪੈਸ਼ਲ ਮੇਜਰਟੀ ਦੇ ਨਾਲ ਬਿੱਲ ਪਾਸ ਹੋਊਗਾ, ਫਿਰ ਇਹ ਬਿੱਲ ਜਾਊਗਾ ਸਟੇਟ ਲੈਜਿਸਲੇਚਰ ਵੱਲੋਂ। ਜੇਕਰ ਬਿੱਲ ਨੂੰ, ਠੀਕ ਆ, ਉਦੋਂ ਬਾਅਦ ਜੇਕਰ ਬਿੱਲ ਨੂੰ ਘੱਟੋ ਘੱਟ ਅੱਧੇ ਰਾਜਾਂ ਵੱਲੋਂ ਸਧਾਰਨ ਬਹੁਮਤ ਨਾਲ ਪਾਸ ਕਰ ਦਿੱਤਾ ਗਿਆ ਤਾਂ ਬਿੱਲ ਰਾਸ਼ਟਰਪਤੀ ਕੋਲ ਭੇਜ ਦਿੱਤਾ ਜਾਂਦਾ। ਉਸ ਤੋਂ ਬਾਅਦ ਉਹ ਐਕਟ ਬਣ ਗਿਆ, ਰਾਸ਼ਟਰਪਤੀ ਨੇ ਸਾਈਨ ਕਰ ਦੇਣੇ ਆ। ਹੁਣ ਇਹਦੇ ਵਿੱਚ ਕਿਹੜੀਆਂ ਪ੍ਰੋਵੀਜ਼ਨ ਹੈ, ਜਿਵੇਂ ਰਾਸ਼ਟਰਪਤੀ ਦੀ ਚੋਣ ਕਰਨੀ ਜਾਂ ਹੈ ਨਾ ਉਹਦਾ ਤਰੀਕਾ ਕਰਨਾ ਵਾ,
ਇਹਦੇ ਮਾਮਲੇ ਲਈ ਵੀ ਇਹ ਵਾਲੇ ਤੀਜੇ ਨੰਬਰ ਦੀ ਅਮੈਂਡਮੈਂਟ ਦੀ ਜ਼ਰੂਰਤ ਪੈਂਦੀ ਹੈ ਤਰੀਕੇ ਦੀ। ਕੋਈ ਵੀ ਮਤਲਬ ਕਿ ਐਕਸਟੈਂਡ ਦਾ ਐਗਜ਼ੀਕਿਊਟਿਵ ਪਾਵਰ ਜਿਵੇਂ ਯੂਨੀਅਨ ਤੇ ਸੈਂਟਰ ਦੇ ਵਿੱਚ ਵਾਲੇ ਇਹਨਾਂ ਦੇ ਵਿੱਚ ਕੋਈ ਚੇਂਜਸ ਵਗੈਰਾ ਕਰਨੀਆਂ ਉਹਦੇ ਲਈ ਕਰਨੀਆਂ, ਸੁਪਰੀਮ ਕੋਰਟ ਤੇ ਹਾਈ ਕੋਰਟ, ਹੁਣ ਇਹਦੇ ਵਿੱਚ ਵੀ ਸਟੇਟ ਦੀ ਤਾਂ ਜ਼ਰੂਰਤ ਪਏਗੀ ਹੋ ਨਾ, ਕਿਉਂਕਿ ਸਟੇਟ ਵੀ ਇਹਦੇ ਵਿੱਚ ਇਨਵੋਲਵ ਹੋ ਰਹੀ ਆ। ਤੇ ਸੰਘ ਅਤੇ ਰਾਜਾਂ ਵਿਚਕਾਰ ਜਿਵੇਂ ਲਾ ਲਓ ਕਿ ਯੂਨੀਅਨ ਤੇ ਸਟੇਟ ਦੇ ਵਿਚਕਾਰ ਕੋਈ ਲੈਜਿਸਲੇਟਿਵ ਪਾਵਰ ਦੀ ਵੰਡ ਵਗੈਰਾ ਕਰਨੀ ਆ ਉਹਦੇ ਵਿੱਚ ਵੀ। ਤਾਂ ਜੀ ਨੈਕਸਟ ਆ ਗਿਆ ਸੰਸਦ ਅਤੇ ਰਾਜ ਵਿਧਾਨ ਸਭਾਵਾਂ ਵਿੱਚ ਅਨੁਸੂਚਿਤ ਜਾਤੀ, ਅਨੁਸੂਚਿਤ ਕਬੀਲਿਆਂ ਅਤੇ ਐਂਗਲੋ ਇੰਡੀਅਨ ਲਈ ਰਾਖਵਾਂਕਰਨ ਦਾ ਜਿਹੜਾ ਵਿਸਤਾਰ ਹੁੰਦਾ ਵਾ ਇਹ ਵੀ ਆਪਣੀ ਸਟੇਟ ਨੂੰ ਇਨਵੋਲਵ ਕਰਨਾ ਹੀ ਪੈਣਾ ਇਹਨਾਂ ਨੂੰ। ਸੰਸਦ ਦੇ ਵਿੱਚ ਰਾਜਾਂ ਦੀ ਪ੍ਰਤੀਨਿਧਤਾ, ਠੀਕ ਆ, ਤਾਂ ਸੰਵਿਧਾਨ ਅਤੇ ਇਸ ਦੀ ਪ੍ਰਕਿਰਿਆ ਨੂੰ ਸੋਧਣ ਦੀ ਸ਼ਕਤੀ ਆ ਜਿਹੜੀ ਸੰਸਦ ਕੋਲ ਆ। ਇਹ ਆਪਾਂ ਕੀਤਾ ਹੀ ਹੋਇਆ ਜੀ, ਸੰਸਦ ਮਤਲਬ ਫਾਈਨਲ ਅਥਾਰਟੀ ਆਪਾਂ ਕਹਿ ਸਕਦੇ ਹਾਂ ਵੀ ਪਾਰਲੀਮੈਂਟ ਹੀ ਆਉਂਦੀ ਆ। ਹੁਣ ਨੈਕਸਟ ਜੀ ਸਾਡੇ ਕੋਲੇ ਆ ਗਿਆ ਜੀ ਹੁਣ ਜੀ ਕੁਝ ਬਿੱਲ ਜਿਹੜੇ ਮੈਂ ਤੁਹਾਨੂੰ ਕਿਹਾ ਸੀ ਕਿ ਆਪਾਂ ਥੋੜ੍ਹਾ ਜਿਹਾ ਪਕੜਨਾ, ਵੱਖੋ ਵੱਖੋ ਤਰ੍ਹਾਂ ਦੇ ਬਿੱਲ ਹੁੰਦੇ ਨੇ। ਹੁਣ ਜੀ ਜਿਹੜੇ ਆਰਡੀਨਰੀ ਬਿੱਲ ਹੁੰਦੇ ਆ ਇਹ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਓਰੀਜਨ ਹੁੰਦਾ ਇਹਨਾਂ ਦਾ, ਤੇ ਇਹਦੇ ਵਿੱਚ ਜੇਕਰ ਪ੍ਰੈਜ਼ੀਡੈਂਟ ਦੀ ਪ੍ਰਾਇਰ ਪਰਮਿਸ਼ਨ ਦੀ ਇਹਦੇ ਲਈ ਲੋੜ ਨਹੀਂ ਹੁੰਦੀ, ਠੀਕ ਆ। ਨੋ ਐਕਸਪੈਕਟ ਆਰਟੀਕਲ 3 ਦੇ ਵਿੱਚ, ਠੀਕ ਆ। ਸਿੰਪਲ ਮੇਜੋਰਟੀ ਦੀ ਜੇਕਰ ਆਪਾਂ ਗੱਲ ਕਰੀਏ, ਟਾਈਪ ਆਫ ਮੇਜੋਰਟੀ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਇਹਦੇ ਵਿੱਚ ਸਿੰਪਲ ਮੇਜੋਰਟੀ ਚੱਲ ਜਾਂਦੀ ਹੁੰਦੀ ਆ, ਠੀਕ ਆ, ਆਰਡੀਨਰੀ ਬਿੱਲ ਦੇ ਖੇਤਰ ਦੇ ਵਿੱਚ। ਤਾਂ ਜੁਆਇੰਟ ਸਿਟਿੰਗ ਪੋਸੀਬਲ, ਹਾਂਜੀ, ਇਹਦੇ ਵਿੱਚ ਜੁਆਇੰਟ ਸਿਟਿੰਗ ਲਈ ਪ੍ਰੈਜ਼ੀਡੈਂਟ ਕਾਲ ਕਰ ਸਕਦਾ ਵਾ। ਤੇ ਇਹਦਾ ਪ੍ਰੋਸੀਡਿੰਗ ਆਫੀਸਰ ਕੌਣ ਹੁੰਦਾ? ਜੇਕਰ ਸੰਸਦ ਦੇ ਵਿੱਚ, ਰਾਜ ਸਭਾ ਤੇ ਲੋਕ ਸਭਾ ਦੇ ਵਿੱਚ ਜੁਆਇੰਟ ਸਿਟਿੰਗ ਹੁੰਦੀ ਆ ਤਾਂ ਇਹਦਾ ਪ੍ਰੋਸੀਡਿੰਗ ਆਫੀਸਰ ਹੁੰਦਾ ਵਾ ਜੀ ਸਾਡਾ ਲੋਕ ਸਭਾ ਦਾ ਸਪੀਕਰ, ਠੀਕ ਹੈ, ਇਹ ਯਾਦ ਕਰ ਲਿਓ। ਤਾਂ ਜੀ ਕੈਨ ਪ੍ਰੈਜ਼ੀਡੈਂਟ ਰਿਟਰਨ ਇਟ ਫॉर ਰੀਕਨਸੀਡਰੇਸ਼ਨ, ਕੀ ਪ੍ਰੈਜ਼ੀਡੈਂਟ ਵਾਪਸ ਕਰ ਸਕਦਾ? ਹਾਂਜੀ, ਬਟ ਨਾਟ ਆਫਟਰ ਜੁਆਇੰਟ ਸਿਟਿੰਗ ਹੈਜ਼ ਪਾਸ। ਜੋ ਜੁਆਇੰਟ ਸਿਟਿੰਗ ਪਾਸ ਹੋ ਗਈ ਫਿਰ ਨਹੀਂ ਕਰ ਸਕਦਾ, ਇੱਕ ਵਾਰੀ ਬੁਲਾਊਗਾ ਉਹਨਾਂ ਨੂੰ, ਠੀਕ ਆ, ਵੀ ਹਾਂਜੀ ਆ ਕੇ ਦੇਖੋ ਕਰੋ ਵਰਾ। ਸੋ ਆਹ ਚੀਜ਼ ਯਾਦ ਰੱਖੋ, ਪ੍ਰੈਜ਼ੀਡੈਂਟ ਦੀ ਪ੍ਰਾਇਰ ਅਪਰੂਵਲ ਦੀ ਜ਼ਰੂਰਤ ਐਕਸਪੈਕਟ ਆਰਟੀਕਲ 3 ਤੋਂ ਬਿਨਾਂ, ਠੀਕ ਹੈ, ਇਹਦੀ ਨੋ ਆ। ਤਾਂ ਜੀ ਮਨੀ ਬਿੱਲ ਦੇ ਲਈ ਪ੍ਰੈਜ਼ੀਡੈਂਟ ਦੀ ਪ੍ਰਾਇਰ ਅਪਰੂਵਲ ਦੀ ਲੋੜ ਹੁੰਦੀ ਆ। ਬਹੁਤ ਵਾਰ ਪੇਪਰ ਦੇ ਵਿੱਚ ਇਹ ਕੁਐਸਚਨ ਬਣ ਚੁੱਕਿਆ ਵਾ ਕਿ ਜੇਕਰ ਮਨੀ ਬਿੱਲ ਕਿਹਦੀ ਪ੍ਰਾਇਰ ਪਰਮਿਸ਼ਨ ਦੇ ਉੱਤੇ ਸੈਂਟਰ ਦੇ ਵਿੱਚ ਮਤਲਬ ਕਿ ਲੋਕ ਸਭਾ ਦੇ ਵਿੱਚ, ਸੈਂਟਰ ਦੇ ਵਿੱਚ ਵੀ ਲੋਕ ਸਭਾ 'ਚ ਇੰਟਰੋਡਿਊਸ ਹੁੰਦਾ ਕਿਹਦੀ? ਪ੍ਰੈਜ਼ੀਡੈਂਟ ਦੀ ਪ੍ਰਾਇਰ ਪਰਮਿਸ਼ਨ ਦੇ ਨਾਲ। ਇਸੇ ਤਰ੍ਹਾਂ ਪੇਪਰ ਦੇ ਵਿੱਚ ਕੁਐਸਚਨ ਆਊਗਾ ਕਿ ਜਿਹੜਾ ਸਟੇਟ ਲੈਜਿਸਲੇਟਿਵ, ਠੀਕ ਆ, ਸਟੇਟ ਲੈਜਿਸਲੇਚਰ ਦੇ ਵਿੱਚ ਜਿਹੜਾ ਮਨੀ ਬਿੱਲ ਹੁੰਦਾ ਵਾ ਰਾਜ ਦਾ, ਉਹ ਕਿਹਦੀ ਪ੍ਰਾਇਰ ਪਰਮਿਸ਼ਨ ਦੇ ਨਾਲ ਹੀ, ਅਪਰੂਵਲ ਦੇ ਨਾਲ ਹੀ ਇੰਟਰੋਡਿਊਸ ਹੋਊਗਾ? ਇਹ ਹੋਊਗਾ ਜੀ ਕਿਹਦੀ? ਗਵਰਨਰ ਦੀ, ਕਿਉਂਕਿ ਗਵਰਨਰ ਆ ਗਿਆ ਫਿਰ ਉੱਥੇ ਹਾਇਰ ਅਥਾਰਟੀ, ਉਹ ਕਹਿੰਦਾ ਜੀ ਗਵਰਨਰ ਦੀ ਇੱਕ ਵਾਰੀ ਪ੍ਰਾਇਰ ਅਪਰੂਵਲ ਲਓ, ਪ੍ਰਾਇਰ ਪਰਮਿਸ਼ਨ ਲਓ, ਫਿਰ ਤੁਸੀਂ ਰਾਜ ਦੀ ਵੀ ਵਿਧਾਨ ਸਭਾ ਦੇ ਵਿੱਚ ਪੇਸ਼ ਕਰਨਾ ਵਾ। ਤੁਸੀਂ ਇਸ ਤਰ੍ਹਾਂ ਨਹੀਂ ਸਟੇਟ ਅਸੈਂਬਲੀ ਦੇ ਵਿੱਚ ਪੇਸ਼ ਕਰਨਾ, ਇਹਦਾ ਨਹੀਂ ਕਿ ਤੁਸੀਂ ਆਪਣਾ ਵਿਧਾਨ ਪਰਿਸ਼ਦ ਦੇ ਵਿੱਚ ਨਹੀਂ ਕਰ ਸਕਦੇ ਪੇਸ਼, ਜਿਵੇਂ ਇਹਦੇ ਵਿੱਚ ਰਾਜ ਸਭਾ 'ਚ ਨਹੀਂ ਪੇਸ਼ ਕਰ ਸਕਦੇ, ਠੀਕ ਆ। ਇਹਦੇ ਵਿੱਚ ਮਨੀ ਬਿੱਲ ਦੇ ਵਿੱਚ ਤੁਸੀਂ ਸਭ ਤੋਂ ਪਹਿਲਾਂ ਲੋਕ ਸਭਾ ਦੇ ਵਿੱਚ ਹੀ ਪੇਸ਼ ਕਰਨਾ ਪੈਣਾ ਵਾ, ਠੀਕ ਆ। ਲੋਕ ਸਭਾ ਦੇ ਵਿੱਚ ਓਰੀਜਨ ਹੁੰਦਾ ਉਹ ਆਪਾਂ ਕਰ ਲਿਆ। ਇਹ ਦੋਨਾਂ 'ਚੋਂ ਕਿਤੇ ਵੀ ਹੋ ਸਕਦਾ ਆਰਡੀਨਰੀ ਬਿੱਲ, ਚਾਹੇ ਲੋਕ ਸਭਾ 'ਚ ਚਾਹੇ ਰਾਜ ਸਭਾ ਦੇ ਵਿੱਚ। ਹਾਂਜੀ, ਮੇਜੋਰਟੀ ਇਹਦੇ 'ਚ ਸਿੰਪਲ ਮੇਜੋਰਟੀ ਲੱਗ ਜੂਗੀ, ਚੱਲ ਜਾਂਦੀ ਹੈ, ਇਹਦੇ ਵਿੱਚ ਕੋਈ ਦਿੱਕਤ ਵਾਲੀ ਗੱਲ ਨਹੀਂ, ਠੀਕ ਆ। ਸੋ ਆਪਾਂ ਕਰ ਹੀ ਦਿੱਤਾ ਹੋਇਆ ਤੁਹਾਨੂੰ। ਤਾਂ ਜੀ ਇਹਦੇ ਵਿੱਚ ਜੁਆਇੰਟ ਸਿਟਿੰਗ, ਇਹਦੇ ਲਈ ਵੀ ਜੁਆਇੰਟ ਸਿਟਿੰਗ ਦੀ ਕੋਈ ਵਿਵਸਥਾ ਨਹੀਂ ਦਿੱਤੀ ਹੋਈ। ਕੈਨ ਪ੍ਰੈਜ਼ੀਡੈਂਟ ਰਿਟਰਨ, ਨਹੀਂ ਜੀ, ਪ੍ਰੈਜ਼ੀਡੈਂਟ ਨੂੰ ਇਹਦੇ ਵਿੱਚ ਵੀ ਸਾਈਨ ਕਰਨਾ ਪੈਣਾ, ਜਿਵੇਂ ਆਪਾਂ ਕਰਦੇ ਨਾ ਕਨਸਟੀਟਿਊਸ਼ਨ ਅਮੈਂਡਮੈਂਟ ਦੇ ਵਿੱਚ ਵੀ ਪ੍ਰੈਜ਼ੀਡੈਂਟ ਨੂੰ ਸਾਈਨ ਕਰਨਾ ਹੀ ਪੈਣਾ। ਹੁਣ ਜੀ ਫਾਈਨੈਂਸ਼ੀਅਲ ਬਿੱਲ ਵੀ ਦੋ ਪ੍ਰਕਾਰ ਦੇ, ਜੇਕਰ ਆਪਾਂ ਇੱਕ ਆ ਗਿਆ 117 ਜਿਹੜਾ 1 ਟਾਈਪ ਦਾ ਬਿੱਲ ਹੁੰਦਾ ਉਹ ਲੋਕ ਸਭਾ 'ਚ ਹੁੰਦਾ, 2 ਟਾਈਪ ਦਾ ਲੋਕ ਸਭਾ ਰਾਜ ਸਭਾ ਦੋਨਾਂ 'ਚੋਂ ਕਿਸੇ ਦੇ ਵਿੱਚ ਵੀ ਓਰੀਜਨ ਹੋ ਸਕਦਾ। ਪ੍ਰੈਜ਼ੀਡੈਂਟ ਦੀ ਅਪਰੂਵਲ ਫਾਈਨੈਂਸ਼ੀਅਲ ਬਿੱਲ ਜਿਹੜੇ ਆਪਣੇ ਮਨੀ ਬਿੱਲ ਬਾਅਦ ਵਿੱਚ ਆਪਾਂ ਕੰਸੀਡਰ ਕਰ, ਇਹਦੇ ਵਿੱਚ ਲੋੜ ਹੁੰਦੀ ਆ, ਠੀਕ ਹੈ ਜੀ। ਸੋ ਇਹਦੇ ਵਿੱਚ ਨਹੀਂ ਹੁੰਦੀ ਜਿਹੜੇ ਨਾਰਮਲ ਹੁੰਦੇ ਆ। ਤੇ ਨੈਕਸਟ ਆਪਣੇ ਟਾਈਪ ਆਫ ਮੇਜੋਰਟੀ, ਇਹਦੇ 'ਚ ਵੀ ਸਿੰਪਲ, ਇਹਦੇ 'ਚ ਵੀ, ਇਹਨਾਂ ਚਾਰਾਂ ਦੇ ਵਿੱਚ ਸਿੰਪਲ ਹੀ ਚੱਲਣੀ ਆ। ਤੇ ਜੁਆਇੰਟ ਸਿਟਿੰਗ ਇਹਨਾਂ ਦੇ ਵਿੱਚ ਵੀ ਪੋਸੀਬਲ ਹੈਗੀ ਆ। ਤਾਂ ਯੈਸ ਕੈਨ ਪ੍ਰੈਜ਼ੀਡੈਂਟ, ਹਾਂਜੀ, ਬਟ ਨਾਟ ਆਫਟਰ ਦਾ ਜੁਆਇੰਟ ਸਿਟਿੰਗ, ਉਹੀ ਚੀਜ਼ ਆ ਗਈ, ਠੀਕ ਆ, ਜਿਹੜੀ ਆਪਾਂ ਪਹਿਲਾਂ ਕੀਤੀ ਸੀਗੀ। ਤੇ ਨੈਕਸਟ ਆ ਗਿਆ ਜੇ ਫਾਈਨੈਂਸ਼ੀਅਲ ਬਿੱਲ, ਇਹ ਵੀ ਸੇਮ ਟੂ ਸੇਮ ਇਹੀ ਆ, ਠੀਕ ਆ। ਕਨਸਟੀਟਿਊਸ਼ਨ ਅਮੈਂਡਮੈਂਟ ਬਿੱਲ ਜਿਹੜਾ ਕਿ ਆਪਾਂ ਪੜ੍ਹ ਰਹੇ ਹਾਂ, ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਕਿਤੇ ਵੀ ਓਰੀਜਨ ਹੋ ਸਕਦਾ ਵਾ। ਇਹ ਪ੍ਰੈਜ਼ੀਡੈਂਟ ਦੀ ਪ੍ਰਾਇਰ ਪਰਮਿਸ਼ਨ ਦੀ ਸਾਨੂੰ ਲੋੜ ਨਹੀਂ ਹੈਗੀ ਜੀ। ਲੋਕ ਸਭਾ ਰਾਜ ਸਭਾ 'ਚ ਕਿਤੇ ਵੀ ਇੱਕ ਵਾਰੀ ਪੇਸ਼ ਕਰੋ, ਉਸ ਤੋਂ ਬਾਅਦ ਆਪਣੀ ਰਾਜ ਸਭਾ ਦੇ ਵਿੱਚ ਪੇਸ਼ ਕਰੋ, ਇੱਕ ਵਾਰੀ ਲੋਕ ਸਭਾ ਦੇ ਵਿੱਚ ਉਹਦੇ ਪਾਸ ਕਰੋ ਤੇ ਜਾ ਕੇ ਉਹਨੂੰ ਪ੍ਰੈਜ਼ੀਡੈਂਟ ਨੂੰ ਭੇਜੋ, ਪ੍ਰੈਜ਼ੀਡੈਂਟ ਸਾਈਨ ਕਰੂਗਾ। ਨੋਟ ਕਰ ਨਹੀਂ ਸਕਦਾ, ਰਿਟਰਨ ਨਹੀਂ ਕਰ ਸਕਦਾ ਰੀਕਨਸੀਡਰੇਸ਼ਨ ਲਈ। ਜੁਆਇੰਟ ਸਿਟਿੰਗ ਇਹਦੇ ਮਾਮਲੇ ਦੇ ਵਿੱਚ ਵੀ ਪੋਸੀਬਲ ਨਹੀਂ, ਠੀਕ ਹੈ। ਅਮੈਂਡਮੈਂਟ, ਕਨਸਟੀਟਿਊਸ਼ਨ ਅਮੈਂਡਮੈਂਟ ਬਿੱਲ ਦੀ ਗੱਲ ਹੋ ਰਹੀ ਆ। 2/3 ਆਫ ਦਾ ਆਪਣੀ ਮੇਜੋਰਟੀ ਚਾਹੀਦੀ ਹੁੰਦੀ ਹੈ ਇਹਦੇ ਵਿੱਚ, ਜਿਹੜਾ ਮੈਂ ਤੁਹਾਨੂੰ ਪਹਿਲਾਂ ਹੀ ਕਹਿਤਾ, ਠੀਕ ਆ। ਤਾਂ 50% ਆਫ ਟੋਟਲ, ਇਹਦੇ 'ਚ ਪ੍ਰੈਜ਼ੀਡੈਂਟ ਵੋਟਿੰਗ ਹੁੰਦਾ 2/3, 50% ਟੋਟਲ ਮੈਂਬਰਸ਼ਿਪ ਦਾ ਜਿੰਨੀ ਉਹਨਾਂ ਦੀ ਸਟਰੈਂਥ ਆ। ਇਹ ਦੋਨੇ ਚੀਜ਼ਾਂ ਜ਼ਰੂਰੀ ਨੇ, ਇੱਕ ਨਹੀਂ, ਦੋਨੇ ਚੀਜ਼ਾਂ ਜ਼ਰੂਰੀ ਆ। ਹਾਂਜੀ, ਭਾਰਤੀ ਸੰਵਿਧਾਨ ਦੀਆਂ ਮਹੱਤਵਪੂਰਨ ਸੋਧਾਂ ਦੀ ਜੇਕਰ ਆਪਾਂ ਗੱਲ ਕਰੀਏ, ਹਾਂਜੀ, ਪਹਿਲਾ ਸੋਧ ਐਕਟ ਜਿਹੜਾ ਹੁੰਦਾ ਜੀ 1951 ਦੇ ਵਿੱਚ ਫਸਟ ਅਮੈਂਡਮੈਂਟ ਬਿੱਲ ਹੋਇਆ ਸੀ। ਦੇਖੋ ਜੀ ਇਹ ਅਮੈਂਡਮੈਂਟਸ ਬਹੁਤ ਇੰਪੋਰਟੈਂਟ ਬਣਦੀਆਂ ਨੇ, ਪਰ ਇਹ ਬਹੁਤ ਤੁਹਾਨੂੰ ਬੁੱਕ ਦੇ ਉੱਤੇ ਬਹੁਤ ਮਿਲ ਜਾਣਗੀਆਂ, ਕਰਨੀਆਂ ਹੋਈਆਂ ਤੁਸੀਂ ਕਰ ਦਿਓ। ਪਰ ਮੈਂ ਇਹਦੇ ਵਿੱਚ ਕੁਝ ਖਾਸ ਅਮੈਂਡਮੈਂਟਸ ਹੀ ਕਰਵਾ ਰਿਹਾ ਮੈਂ ਤੁਹਾਨੂੰ, ਜਿਹੜੀਆਂ ਕਿ ਜ਼ਿਆਦਾਤਰ ਪੇਪਰ ਦੇ ਵਿੱਚ ਪੁੱਛੀਆਂ ਜਾਂਦੀਆਂ ਨੇ। ਹਾਂਜੀ, ਸਭ ਤੋਂ ਪਹਿਲਾਂ ਪੇਪਰ 'ਚ ਕੁਐਸਚਨ ਆਊਗਾ ਕਿ ਪਹਿਲੀ ਅਮੈਂਡਮੈਂਟ ਜਿਹੜੀ ਹੋਈ ਸੀ ਉਹ ਕਦੋਂ ਹੋਈ ਸੀ? 9ਵੀਂ ਅਨੁਸੂਚੀ 9th ਸ਼ਡਿਊਲ ਐਡ ਹੋਇਆ ਸੀ ਇਹਦੇ ਰਾਹੀਂ, ਠੀਕ ਆ। ਇਹਦੇ ਵਿੱਚ ਭੂਮੀ ਸੁਧਾਰ ਅਤੇ ਇਸ ਵਿੱਚ ਸ਼ਾਮਲ ਹੋਰ ਮਾਰੇ ਕਾਨੂੰਨਾਂ ਨੂੰ ਜੁਡੀਸ਼ੀਅਲ ਰਿਵਿਊ ਤੋਂ ਬਚਾਉਣ ਲਈ ਇੱਕ 9ਵੀਂ ਜਿਹੜੀ ਅਨੁਸੂਚੀ ਆਪਣੀ ਸ਼ਾਮਲ ਹੋਈ ਸੀ। ਸਿੱਧਾ ਗੱਲ ਆ 1951, ਸਿੱਧਾ ਪੁੱਛ ਲੈਣਗੇ, ਠੀਕ ਆ। ਪਹਿਲੀ ਅਮੈਂਡਮੈਂਟ ਕਦੋਂ ਹੋਈ ਸੀ? 1951 ਦੇ ਵਿੱਚ ਹੋਈ ਸੀ।
ਤਾਂ ਜੀ ਬੋਲਣ ਦੇ ਪ੍ਰਗਟਾਵੇ, ਹੁਣ ਜਿਵੇਂ ਆ ਮੰਨ ਲਓ ਆਪਣੇ ਆਰਟੀਕਲ 15 ਹੋ ਗਿਆ, 19 ਹੋ ਗਿਆ, ਇਹਦੇ ਵਿੱਚ ਬੋਲਣ ਦੇ ਪ੍ਰਗਟਾਵੇ ਦੀ ਆਜ਼ਾਦੀ ਦੇ ਪਾਬੰਦੀਆਂ 3 ਹੋਰ ਆਧਾਰ ਸ਼ਾਮਲ ਕੀਤੇ, ਜਿਵੇਂ ਕਿ ਜਨਤਕ ਵਿਵਸਥਾ, ਵਿਦੇਸ਼ੀ ਰਾਜਾਂ ਨਾਲ ਦੋਸਤਾਨਾ ਸੰਬੰਧ, ਅਪਰਾਧ ਲਈ ਉਕਸਾਉਣਾ, ਇਸ ਨੂੰ ਪਾਬੰਦੀਆਂ ਨੂੰ ਵਾਜਬ ਅਤੇ ਇਸ ਨੂੰ ਕੁਦਰਤ ਵਜੋਂ ਜਾਇਜ਼। ਸੋ ਇਹ ਜ਼ਿਆਦਾ ਇੰਪੋਰਟੈਂਟ ਨਹੀਂ ਬਣਦਾ, ਉੱਪਰ ਵਾਲੀ ਚੀਜ਼ ਇੰਪੋਰਟੈਂਟ ਬਣਦੀ ਆ। 7ਵੀਂ ਸੋਧ, ਦੂਜੀ ਅਮੈਂਡਮੈਂਟ ਆ ਗਈ ਜੀ। ਹੁਣ ਆਪਾਂ ਥੋੜਾ ਜਲਦੀ ਕਰਾਂਗੇ। ਆਹ ਆਪਾਂ ਕੀਤਾ ਹੋਇਆ ਜੀ ਭਾਸ਼ਾਈ ਆਧਾਰ ਤੇ ਜਦੋਂ ਰਾਜ ਪੁਨਰ ਗਠਨ ਐਕਟ 1956 ਦੇ ਵਿੱਚ ਇਹ ਆਇਆ ਸੀ, ਵੰਡ ਹੋਈ ਸੀ, ਜਿਹਦੇ ਵਿੱਚ ਕਿ ਮਤਲਬ ਕਿ ਪਹਿਲਾਂ ਜਿਹੜੀਆਂ ਆਪਣੀਆਂ ਸਟੇਟਸ ਸੀਗੀਆਂ ਨਾ, ਉਹਨਾਂ ਨੂੰ ਕਲਾਸ ਏ, ਕਲਾਸ ਬੀ, ਸੀ, ਡੀ ਰਾਜਾਂ ਦੇ ਵਿੱਚ ਵੰਡਿਆ ਹੋਇਆ ਸੀ। ਫਿਰ ਇਹਨੂੰ ਖਤਮ ਕਰਕੇ ਇਹਨਾਂ ਨੇ ਰਾਜ ਤੇ ਯੂਟੀਸ ਬਣਾਤੀਆਂ ਸੀ। ਹੁਣ ਤੁਹਾਡਾ ਕੀ ਆਇਆ, ਇੱਕ ਆਨਸਰ ਦਿਓ ਮੈਨੂੰ ਤੁਸੀਂ, ਕਿ ਜਦੋਂ 1956 ਦੇ ਵਿੱਚ ਭਾਸ਼ਾ ਦੇ ਆਧਾਰ ਦੇ ਉੱਤੇ ਪੁਨਰ ਗਠਨ ਹੋਇਆ ਸੀ ਇਹ ਐਕਟ, ਉਦੋਂ ਕਿੰਨੀਆਂ ਸਟੇਟ ਸੀਗੀਆਂ ਤੇ ਕਿੰਨੀਆਂ ਯੂਟੀ ਸੀਗੀਆਂ ਬਣੀਆਂ, ਇਹ ਦੱਸਣਾ ਜੀ। ਪ੍ਰੀਵੀਅਸ ਈਅਰ ਪੇਪਰ ਦਾ ਕੁਐਸਚਨ ਆਇਆ, ਮੈਂ ਤੁਹਾਨੂੰ ਕਰਵਾਇਆ ਵੀ ਹੋਇਆ ਜੀ। ਹੁਣ ਜੀ ਸੰਵਿਧਾਨ ਦੀ ਜਿਹੜੀ 13ਵੀਂ ਸੋਧ ਐਕਟ, ਠੀਕ ਹੈ ਜੀ, ਹੁਣ 13ਵਾਂ ਕਨਸਟੀਟਿਊਸ਼ਨ ਅਮੈਂਡਮੈਂਟ ਆ ਗਈ ਸਾਡੀ 1963 ਦੇ ਵਿੱਚ ਹੋਈ, ਠੀਕ ਹੈ। ਵਿਚਾਲੇ ਵਾਲੀਆਂ ਆਪਾਂ ਕਰ ਨਹੀਂ ਰਹੇ ਕਿਉਂਕਿ ਉਹ ਜ਼ਿਆਦਾ ਇੰਪੋਰਟੈਂਟ ਨਹੀਂ ਬਣਦੀਆਂ। ਵੈਸੇ ਇਸ ਤਰ੍ਹਾਂ ਨਹੀਂ ਕਿ ਹਾਂਜੀ ਨਹੀਂ ਪੁੱਛੀਆਂ ਜਾਣਗੀਆਂ, ਪੁੱਛੀਆਂ ਜਾ ਸਕਦੀਆਂ ਨੇ, ਪਰ ਇਹਦੇ ਵਿੱਚ ਕਿਉਂਕਿ ਉਹ ਤੁਹਾਡੇ ਕੋਲ ਲੂਸ਼ਨ ਦੇ ਕੋਲੇ ਸਾਰੀਆਂ ਪਈਆਂ ਨੇ, ਤੁਸੀਂ ਪੜ੍ਹ ਸਕਦੇ ਹੋ ਉਹਦੇ ਤੋਂ। ਸੋ ਇਹ ਕਲਾਸ ਨੂੰ ਆਪਾਂ ਜਿੰਨਾ ਕੋਸ਼ਿਸ਼ ਕਰਨੀ ਹੈ ਕਿ ਛੋਟਾ ਰੱਖਣਾ ਵਾ, ਤਾਂ ਸਿਰਫ ਉਹੀ ਕਰਾਂਗੇ ਜਿਹੜੀ ਇੰਪੋਰਟੈਂਟ ਬਣਦੀ ਆ। ਹੁਣ ਜੀ ਧਾਰਾ 371 ਏ ਦੇ ਵਿੱਚ ਇਹਨਾਂ ਨੇ ਨਾਗਾਲੈਂਡ ਰਾਜ ਦਾ ਗਠਨ ਕੀਤਾ, ਤੇ ਇਹਨੇ 170 ਨੰਬਰ ਜਿਹੜੀ ਆਪਣੀ ਸੀਗੀ ਆਰਟੀਕਲ, ਉਹਨੂੰ ਵੀ ਅਮੈਂਡ ਕੀਤਾ ਸੀਗਾ। ਹਾਂਜੀ 24ਵੀਂ ਸੋਧ, 24ਵੀਂ ਸੋਧ ਜਿਹੜੀ 1971 ਚ ਆਪਾਂ ਉੱਪਰ ਪੜ੍ਹਿਆ ਸੀ ਨਾ, ਜਿਹਦੇ ਵਿੱਚ ਮੌਲਿਕ ਅਧਿਕਾਰਾਂ ਸਮੇਤ ਸੰਵਿਧਾਨ ਦੇ ਕਿਸੇ ਵੀ ਹਿੱਸੇ ਦੇ ਵਿੱਚ ਸੋਧ ਕਰਨ ਦੀ ਜਿਹੜੀ ਸ਼ਕਤੀ ਆ, ਉਹ ਸਿਰਫ ਤੇ ਸਿਰਫ ਆਪਣੀ ਸੰਸਦ ਦੀ ਪੁਸ਼ਟੀ ਕੀਤੀ ਸੀ ਵੀ ਹਾਂਜੀ ਪੁਸ਼ਟੀ ਦੇ ਵਿੱਚ ਵੀ ਕਿਵੇਂ ਕਿਹੜੇ ਆਪਣੀ ਸੋਧ ਕਰ ਸਕਦੀ ਆ। ਤੇ ਜੀ ਰਾਸ਼ਟਰਪਤੀ ਲਈ ਸੰਵਿਧਾਨਕ ਬਿੱਲ ਨੂੰ ਆਪਣੀ ਸਹਿਮਤੀ ਦੇਣਾ ਲਾਜ਼ਮੀ ਬਣਾਤਾ ਸੀ, ਇਹ ਵੀ 24ਵੀਂ ਅਮੈਂਡਮੈਂਟ ਦੇ ਵਿੱਚ ਹੋਇਆ ਸੀ। ਹੁਣ ਆ ਗਿਆ ਜੀ 31ਵੀਂ ਅਮੈਂਡਮੈਂਟ ਜਦੋਂ 1973 ਚ ਹੋਈ ਸੀ। ਇਹਨਾਂ ਨੇ ਕੀ ਕੀਤਾ ਜੀ, ਲੋਕ ਸਭਾ ਦੀ ਜਿਹੜੀ ਚੋਣ ਸ਼ਕਤੀ ਆ ਉਹਦੇ ਵਿੱਚ 525 ਤੋਂ ਵਧਾ ਕੇ ਇਹਨਾਂ ਨੇ ਜੀ 545 ਕਰਤੀ ਸੀ। ਤਾਂ ਜੀ ਐਕਟ ਦੇ ਤਹਿਤ ਰਾਜਾਂ ਦੇ ਪ੍ਰਤੀਨਿਧੀਆਂ ਦੀ ਜਿਹੜੀ ਉੱਪਰ ਦੀ ਸੀਮਾ 500 ਤੋਂ ਵਧਾ ਕੇ 525 ਕਰਤੀ ਸੀ, ਕੇਂਦਰ ਸ਼ਾਸਨਾਂ ਦੀ 25 ਤੋਂ ਘਟਾ ਕੇ 20 ਕਰਤੀ ਸੀ। ਨੈਕਸਟ ਹੁਣ ਆ ਗਿਆ ਜੀ 36ਵੀਂ ਸੋਧ। 36ਵੀਂ ਸੋਧ ਦੇ ਵਿੱਚ ਸਿੱਕਮ ਭਾਰਤ ਦਾ 22ਵਾਂ ਰਾਜ ਬਣ ਗਿਆ ਸੀ। ਹੁਣ ਨਾ ਇਹਦੇ ਵਿੱਚ ਕੁਛ ਇਹ ਅਲੱਗ ਤੋਂ ਆਪਾਂ ਨੂੰ ਇੱਕ ਟੌਪਿਕ ਕਰਨਾ ਪੈਣਾ, ਜਿਹਦੇ ਵਿੱਚ ਕਿ ਆਪਣੇ ਜਿਹੜੇ ਰਾਜਾਂ ਦੇ ਜਿਹੜੇ ਸਟੇਟਸ ਬਣੀਆਂ ਸੀਗੀਆਂ, ਯੂਟੀਸ ਬਣੀਆਂ ਸੀ, ਫੋਰਮੇਸ਼ਨ ਹੋਈ ਸੀ, ਕਿੰਨੇ ਨੰਬਰ ਆਰਟੀਕਲ ਦਾ ਸੰਬੰਧ ਆ ਉਹਦੇ ਨਾਲ, ਤਾਂ ਕਦੋਂ ਬਣੀਆਂ ਸੀ, ਜਾਂ ਆਰਟੀਕਲ ਨਹੀਂ ਗਾ ਤਾਂ ਕਦੋਂ ਬਣੀਆਂ ਸੀ, ਸਪੈਸ਼ਲ ਪ੍ਰੋਵੀਜ਼ਨ, ਉਹਦੀ ਆਪਾਂ ਨੂੰ ਇੱਕ ਅਲੱਗ ਤੋਂ ਕਲਾਸ ਕਰਨੀ ਪੈਣੀ ਆ। ਸੋ ਦੇਖਦੇ ਹਾਂ, ਕੋਸ਼ਿਸ਼ ਕਰਦੇ ਹਾਂ ਜਿੰਨੀ ਜਲਦੀ ਹੋ ਸਕੇ ਆਪਾਂ ਬਣਾ ਦਾਂਗੇ, ਠੀਕ ਹੈ। ਸਿੱਕਮ ਬਿਕਮ ਦਾ 22nd ਸਟੇਟ। ਹੁਣ ਜੀ 42ਵੀਂ ਸੋਧ, ਸਭ ਤੋਂ ਇੰਪੋਰਟੈਂਟ ਅਮੈਂਡਮੈਂਟ ਜਿਹਦੇ ਵਿੱਚੋਂ ਕਿ ਪੇਪਰ ਦੇ ਵਿੱਚ 42ਵੀਂ ਚੋਂ, 44ਵੀਂ ਚੋਂ ਤੇ 86ਵੀਂ ਅਮੈਂਡਮੈਂਟ ਚੋਂ ਬਾਰ-ਬਾਰ ਕੁਐਸਚਨ ਪੁੱਛੇ ਜਾਂਦੇ ਨੇ। ਦੇਖੋ ਜੀ, ਇੱਕ 61ਵੀਂ ਚੋਂ ਤੇ ਇੱਕ 69ਵੀਂ ਚੋਂ। ਦੇਖੋ ਹੁਣ ਇਹ ਅਮੈਂਡਮੈਂਟਾਂ ਹੈ ਕਿਹੜੀਆਂ ਨੇ। 42ਵੀਂ ਕਨਸਟੀਟਿਊਸ਼ਨ ਅਮੈਂਡਮੈਂਟ ਨੂੰ ਮਿਨੀ ਕਨਸਟੀਟਿਊਸ਼ਨ ਆਫ ਇੰਡੀਆ ਕਿਹਾ ਜਾਂਦਾ, ਕਿਉਂਕਿ ਇਹਦੇ ਵਿੱਚ ਬਹੁਤ ਚੀਜ਼ਾਂ ਚੇਂਜ ਕਰਤੀਆਂ ਸੀ ਇਹਨਾਂ ਨੇ। ਉਸ ਟਾਈਮ ਦੇ ਉੱਤੇ ਇੰਦਰਾ ਗਾਂਧੀ ਦੀ ਸਰਕਾਰ ਸੀ, ਉਸ ਟਾਈਮ ਦੇ ਉੱਤੇ ਕਾਂਗਰਸ ਸਰਕਾਰ ਸੀ, ਤੇ ਜੀ ਉਸ ਟਾਈਮ ਦੇ ਉੱਤੇ ਨਾ ਨੈਸ਼ਨਲ ਐਮਰਜੈਂਸੀ ਲੱਗੀ ਹੋਈ ਸੀ ਆਪਣੀ ਇੰਡੀਆ ਦੇ ਵਿੱਚ। 25 ਜੂਨ 1975 ਤੋਂ ਲੈ ਕੇ 21 ਮਾਰਚ 1977 ਤੱਕ ਨੈਸ਼ਨਲ ਐਮਰਜੈਂਸੀ ਲੱਗੀ ਸੀ। ਉਸ ਟਾਈਮ ਦੇ ਉੱਤੇ ਇਹ ਵਾਲੀ ਜਿਹੜੀ ਆਪਣੀ 42ਵੀਂ ਸੋਧ ਕੀਤੀ ਸੀ, ਜਿਹਨੂੰ ਕਿ ਭਾਰਤ ਦਾ ਮਿਨੀ ਕਨਸਟੀਟਿਊਸ਼ਨ ਕਹਿ ਦਿੰਦੇ ਆ। ਸੰਸਦ ਨੇ ਪਾਸ ਕੀਤਾ ਜੀ 76 ਚ, ਤੇ 18 ਦਸੰਬਰ 1976 ਨੂੰ ਰਾਸ਼ਟਰਪਤੀ ਨੇ ਵੀ ਇਹ ਤੇ ਸਾਈਨ ਕਰਤਾ ਸੀਗਾ, ਠੀਕ ਆ। ਹੁਣ ਜੀ ਆਹ ਦੇਖ ਲਓ ਜੀ, ਆਹ ਇੰਦਰਾ ਗਾਂਧੀ ਉਸ ਟਾਈਮ ਦੇ ਉੱਤੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਪ੍ਰਧਾਨ ਮੰਤਰੀ ਸੀ ਇਹ, ਠੀਕ ਹੈ। ਇਹ ਯਾਦ ਕਰਨਾ ਬਹੁਤ ਇੰਪੋਰਟੈਂਟ ਬਣਦਾ ਵਾ। 42ਵੀਂ ਅਮੈਂਡਮੈਂਟ ਦਾ ਆਪਾਂ ਚੰਗੀ ਤਰ੍ਹਾਂ ਕਰਦੇ ਹਾਂ। ਹੁਣ ਇਹਦੇ ਵਿੱਚ ਪ੍ਰੈਂਬਲ ਦੇ ਵਿੱਚ ਆਪਾਂ ਬਹੁਤ ਵਾਰ ਪੜ੍ਹਿਆ, ਪੇਪਰ 'ਚ ਆਇਆ ਕਿ ਜਿਹੜੇ ਸੋਵਰਨ, ਸੋਸ਼ਲਿਸਟ, ਸੈਕੂਲਰ, ਡੈਮੋਕ੍ਰੈਟਿਕ, ਰਿਪਬਲਿਕ, ਇਹ ਤਾਂ 5 ਚੀਜ਼ਾਂ ਬਣੀਆਂ ਸੀ। ਹੁਣ ਉਸ ਤੋਂ ਪਹਿਲਾਂ ਕੀ ਸੀ, ਸੋਵਰਨ, ਡੈਮੋਕ੍ਰੈਟਿਕ ਤੇ ਰਿਪਬਲਿਕ ਹੈਜ਼ ਬੀਨ ਚੇਂਜਡ, ਇਹਨੂੰ ਚੇਂਜ ਕਰਤਾ ਜਾਂ ਮਤਲਬ ਕਿ ਪਹਿਲਾਂ ਇਹ ਚੀਜ਼ਾਂ ਐਡ ਸੀਗੀਆਂ, ਇਹਦੇ ਵਿੱਚ ਇਹਨਾਂ ਨੇ ਕੀ ਕੀਤਾ ਸੀ, ਸੋਵਰਨ, ਸੋਸ਼ਲਿਸਟ, ਸੈਕੂਲਰ, ਡੈਮੋਕ੍ਰੈਟਿਕ, ਰਿਪਬਲਿਕ, ਇਹ ਚੀਜ਼ਾਂ ਐਡ ਹੋ ਗਈਆਂ, ਠੀਕ ਹੈ। ਟੋਟਲ ਬਣ ਗਈਆਂ ਸੀ ਮਤਲਬ ਇਹ। ਦ ਵਰਡਸ ਜਿਹੜੇ ਯੂਨਿਟੀ ਆਫ ਨੇਸ਼ਨਸ ਹੈਵ ਬੀਨ ਚੇਂਜ ਟੂ ਦ ਯੂਨਿਟੀ ਆਫ ਇੰਟੀਗ੍ਰੇਸ਼ਨ ਆਫ ਦ ਨੇਸ਼ਨ। ਸੋ ਇਹ ਵੀ ਇੰਪੋਰਟੈਂਟ ਬਣਦਾ ਵਾ, ਇਹ ਆਪਾਂ ਕੀਤਾ ਹੋਇਆ ਵਾ ਪਹਿਲਾਂ, ਠੀਕ ਆ। ਸੋ ਜ਼ਿਆਦਾ ਮੈਂ ਇਸੇ ਲਈ ਸਮਝਾ ਰਿਹਾ ਕਿਉਂਕਿ ਆਪਾਂ ਪ੍ਰੈਂਬਲ ਦੇ ਵਿੱਚ ਇਹ ਪੜ੍ਹ ਚੁੱਕੇ ਹਾਂ ਕਿ ਕਿਹੜੀਆਂ 3 ਚੀਜ਼ਾਂ ਐਡ ਕੀਤੀਆਂ ਸੀ ਉਸ ਟਾਈਮ ਦੇ ਉੱਤੇ, ਕਿਉਂ ਐਡ ਕੀਤੀਆਂ ਸੀ, ਸਾਰਾ ਪੜ੍ਹਿਆ ਹੋਇਆ ਆਪਾਂ ਆਪਣੀ ਪ੍ਰੈਂਬਲ ਦੀ ਕਲਾਸ ਦੇ ਵਿੱਚ। ਹੁਣ ਜੀ ਇੱਕ ਚੀਜ਼ ਹੋਰ ਹੋ ਗਿਆ, 42ਵੀਂ ਸੋਧ ਦੇ ਵਿੱਚ ਰਾਸ਼ਟਰਪਤੀ ਦੇਸ਼ ਭਰ ਦੇ ਵਿੱਚ 352 ਦੇ ਤਹਿਤ ਐਮਰਜੈਂਸੀ ਦਾ ਐਲਾਨ ਕਰ ਸਕਦਾ ਸੀ, ਨਾ ਕਿ ਦੇਸ਼ ਦੇ ਕਿਸੇ ਇੱਕ ਹਿੱਸੇ ਦੇ ਵਿੱਚ। ਐਕਟ ਨੇ ਰਾਸ਼ਟਰਪਤੀ ਨੂੰ ਦੇਸ਼ ਦੇ ਕਿਸੇ ਵੀ ਹਿੱਸੇ ਵਿੱਚ ਐਮਰਜੈਂਸੀ ਦਾ ਐਲਾਨ ਕਰਨ ਦਾ ਅਧਿਕਾਰ ਦਿੱਤਾ, ਮਤਲਬ ਕਿਸੇ ਵੀ ਹਿੱਸੇ ਦੇ ਵਿੱਚ ਰਾਸ਼ਟਰਪਤੀ ਐਮਰਜੈਂਸੀ ਦਾ ਡਿਕਲੇਅਰ ਕਰ ਦਿੱਤਾ। ਹੁਣ ਜੀ ਇਹਦੇ ਵਿੱਚ ਕੀ ਹੋਇਆ, ਜਾਂ ਗਿਵ ਦਾ ਡਾਇਰੈਕਟਿਵ ਪ੍ਰਿੰਸੀਪਲ ਪ੍ਰੈਫਰੈਂਸ ਓਵਰ ਦਾ ਫੰਡਾਮੈਂਟਲ ਰਾਈਟ, ਮਤਲਬ ਇਹਨੇ ਕਹਿਤਾ ਕਿ ਡਾਇਰੈਕਟਿਵ DPSP ਆ ਜਿਹੜੀ ਉਹ ਫੰਡਾਮੈਂਟਲ ਰਾਈਟ ਤੋਂ ਉੱਪਰ ਕਹਿਤਾ ਇਹਨਾਂ ਨੇ, ਠੀਕ ਹੈ ਜੀ। ਪਹਿਲੀ ਵਾਰ ਇਹਨਾਂ ਨੇ ਕੀ ਕੀਤਾ ਸੀ, 10 ਫੰਡਾਮੈਂਟਲ ਡਿਊਟੀ ਸੈਟ ਕੀਤੀਆਂ ਸੀਗੀਆਂ। ਸਭ ਤੋਂ ਇੰਪੋਰਟੈਂਟ ਕੁਐਸਚਨ ਕਿ ਇਹਨਾਂ ਨੇ ਅਮੈਂਡਮੈਂਟ ਦੇ ਵਿੱਚ ਇਹਨਾਂ ਨੇ ਕੀ ਕੀਤਾ, 51A ਆਰਟੀਕਲ ਦੇ ਵਿੱਚ ਅਮੈਂਡਮੈਂਟ ਪਾਰਟ 4A ਦੇ ਵਿੱਚ ਇਨਸਰਟ ਕੀਤਾ, ਤੇ ਉਹਦੇ ਵਿੱਚ 51A ਆਰਟੀਕਲ ਐਡ ਕੀਤਾ, ਤੇ ਇਹਦੇ ਵਿੱਚ 10 ਫੰਡਾਮੈਂਟਲ ਡਿਊਟੀ ਸੈਟ ਕਰਤੀਆਂ। ਬਸ ਸਿੰਪਲ ਕੁਐਸਚਨ ਬਣਦਾ ਵਾ, ਠੀਕ ਆ।
ਤਾਂ ਜੀ ਨੈਕਸਟ ਇੱਕ ਚੀਜ਼ ਹੋਰ ਹੋਈ ਸੀ ਉਹਦੇ ਵਿੱਚ ਨਾ ਲੋਕ ਸਭਾ ਤੇ ਰਾਜ ਸਭਾ ਦੀ ਜਿਹੜੇ ਇਹਨਾਂ ਦੀ ਟਰਮ ਦੀ ਸੀਗੀ, ਠੀਕ ਆ, ਰਾਜ ਸਭਾ ਨਹੀਂ, ਵਿਧਾਨ ਸਭਾ ਜਿਹੜੀ ਆਪਣੀ ਸਟੇਟ ਲੈਜਿਸਲੇਚਰ ਦੇ ਵਿੱਚ ਹੁੰਦੀ ਆ, ਇਹਦੀ ਜਿਹੜੀ ਸੀਗੀ ਨਾ 5 ਸਾਲ ਤੋਂ ਵਧਾ ਕੇ, ਜਿਵੇਂ ਕਿ ਆਪਾਂ ਪੜ੍ਹਦੇ ਹਾਂ ਕਿ ਹਾਂਜੀ ਇਹਨਾਂ ਦੀ ਟਰਮ ਵੈਸੇ 5 ਸਾਲ ਹੁੰਦੀ ਆ, ਤਾਂ ਇਹਨਾਂ ਨੇ ਕੀ ਕੀਤਾ 6 ਸਾਲ ਕਰਤੇ ਸੀ। ਪਰ ਫਿਰ ਕੀ ਹੋਇਆ, 44ਵੀਂ ਅਮੈਂਡਮੈਂਟ ਹੋਈ ਜਦੋਂ, ਉਸ ਤੋਂ ਬਾਅਦ 44ਵੀਂ ਅਮੈਂਡਮੈਂਟ ਉਹਦੇ ਵਿੱਚ ਦੁਬਾਰੇ ਫਿਰ ਇਹਨਾਂ ਨੇ 6 ਤੋਂ ਘਟਾ ਕੇ 5 ਕਰਤੀ। ਇਹ ਪੇਪਰ 'ਚ ਕੁਐਸਚਨ ਬਣ ਚੁੱਕੇ ਨੇ ਕਿ ਕਿਹੜੀ ਜਿਹੜੀ ਅਮੈਂਡਮੈਂਟ ਸੀ ਜਿਹਦੇ ਵਿੱਚ ਕਿ ਜਿਹੜੀ ਇਹਦੀ ਉਮਰ ਆ 5 ਤੋਂ ਆਪਣੀ ਸਾਲ ਜਿਹੜੀ ਟਰਮ ਆ ਉਹ 5 ਤੋਂ 6 ਕਰਤੀ ਸੀ, ਕਿਹੜੀ ਦੇ ਵਿੱਚ ਘਟਾ ਕੇ ਇਹਨਾਂ ਨੇ 6 ਤੋਂ ਦੁਬਾਰਾ ਫਿਰ 5 ਕਰਤੀ ਸੀ, ਠੀਕ ਆ। ਸੋ ਇਹ ਜੋ ਬਹੁਤ ਚੀਜ਼ਾਂ ਇਹੋ ਜਿਹੀਆਂ ਹੋਈਆਂ ਜਦੋਂ ਨਾ 44ਵੀਂ ਅਮੈਂਡਮੈਂਟ ਹੋਈ, ਜਦੋਂ ਮਤਲਬ ਸਰਕਾਰ ਚੇਂਜ ਹੋਈ, ਤਾਂ 44ਵੀਂ ਅਮੈਂਡਮੈਂਟ ਦੇ ਵਿੱਚ ਇਹਨਾਂ ਨੇ ਚੱਕ ਕੇ ਇਹਦੀਆਂ ਚੇਂਜਸ ਕਰਤੀਆਂ ਸੀਗੀਆਂ ਸਾਰੀਆਂ, ਮਤਲਬ ਕਿ ਕਾਫੀ ਹੱਦ ਤੱਕ ਚੇਂਜਸ ਮਾਰਤੀਆਂ ਸੀਗੀਆਂ 44ਵੀਂ ਅਮੈਂਡਮੈਂਟ ਦੇ ਵਿੱਚ, ਜਿਹੜੀਆਂ ਇਹਦੇ ਵਿੱਚ ਲਾਗੂ ਕਰਤੀਆਂ, ਕਿਉਂਕਿ ਇਹਦੇ ਬਹੁਤ ਜ਼ਿਆਦਾ ਅਮੈਂਡਮੈਂਟ ਕੀਤੀਆਂ। ਸਭ ਤੋਂ ਵੱਧ ਅਮੈਂਡਮੈਂਟ ਇਹ ਵਾਲੀ ਜਿਹੜੀ ਸੀਗੀ 42ਵੀਂ ਅਮੈਂਡਮੈਂਟ ਇਹ 'ਚ ਹੋਈਆਂ ਸੀ। ਹੁਣ ਜੀ ਇੱਕ ਇਹਨਾਂ ਨੇ ਕੀਤਾ ਇਹਦੇ ਵਿੱਚ, ਕਹਿੰਦੇ ਜੀ ਕਾਨੂੰਨ ਅਤੇ ਵਿਵਸਥਾਵਾਂ ਦੀਆਂ ਸਮੱਸਿਆਵਾਂ ਨੂੰ ਨਜਿੱਠਣ ਲਈ ਕਿਸੇ ਵੀ ਰਾਜ ਵਿੱਚ ਕੇਂਦਰੀ ਹਥਿਆਰਬੰਦ ਬਲਾਂ ਦੀ ਵਰਤੋਂ ਦਾ ਅਧਿਕਾਰ। ਮਤਲਬ ਇਹਨਾਂ ਨੇ ਕਿਹਾ ਕਿ ਜਿਹੜੀ ਸੈਂਟਰਲ ਆਰਮ ਫੋਰਸ ਆ ਜਿਹੜੀਆਂ, ਉਹ ਐਨੀ ਸਟੇਟ ਟੂ ਡੀਲ ਵਿਦ ਲਾਅ ਐਂਡ ਆਰਡਰ ਪ੍ਰੋਬਲਮ ਦੇ ਵਿੱਚ ਇਹ ਵਰਤ ਸਕਦੇ ਨੇ ਉਹਨੂੰ। ਤਾਂ ਇਸ ਨੇ ਮੰਤਰੀ ਮੰਡਲ ਦੀ ਸਲਾਹ ਨਾਲ ਰਾਸ਼ਟਰਪਤੀ ਨੂੰ ਪਾਬੰਦ ਬਣਾਇਆ। ਇਹ ਆਪਾਂ ਕੀਤਾ ਹੋਇਆ ਜੀ। ਹੁਣ ਜੀ ਸਰਕਾਰੀ ਕਰਮਚਾਰੀਆਂ ਦੇ ਸੇਵਾ ਮਾਮਲਿਆਂ ਲਈ ਪ੍ਰਬੰਧਕੀ ਟ੍ਰਿਬਿਊਨਲ ਕੀਤਾ। ਸੋ ਇਹ ਜ਼ਿਆਦਾ ਇੰਪੋਰਟੈਂਟ ਨਹੀਂ ਬਣਦਾ ਜੀ। ਐਕਟ ਨੇ ਇਹ ਵੀ ਸਪਸ਼ਟ ਕਰਤਾ ਕਿ ਕਿਸੇ ਵੀ ਸੰਵਿਧਾਨਕ ਸੋਧ ਤੇ ਕਾਨੂੰਨ ਦੀ ਕਿਸੇ ਅਦਾਲਤ ਦੇ ਵਿੱਚ ਸਵਾਲ ਨਹੀਂ ਉਠਾਇਆ ਜਾ ਸਕਦਾ, ਠੀਕ ਆ। ਸੋ ਇਹ 42ਵੀਂ ਅਮੈਂਡਮੈਂਟ ਦੇ ਵਿੱਚ ਕਿਹਾ ਸੀ। ਹੁਣ DPSP ਦੇ ਵਿੱਚ ਕੁਝ ਚੀਜ਼ਾਂ ਇਹਨਾਂ ਨੇ ਐਡ ਕੀਤੀਆਂ। ਇਹਦੇ ਵਿੱਚ ਇਹਨਾਂ ਨੇ ਕੀਤਾ ਜੀ 39A ਦੇ ਵਿੱਚ ਟੂ ਪ੍ਰਮੋਟ ਫੇਅਰ ਜਸਟਿਸ ਐਂਡ ਗਿਵ ਪੂਅਰ ਆਪਣੀ ਫ੍ਰੀ ਲੀਗਲ ਅਸਿਸਟੈਂਟ। ਇਹ ਪੇਪਰ ਦੇ ਵਿੱਚ ਬਹੁਤ ਵਾਰ ਕੁਐਸਚਨ ਆਇਆ ਕਿ ਇਹ ਕਿੰਨੇ ਨੰਬਰ ਆਰਟੀਕਲ ਦੇ ਵਿੱਚ ਦਰਜ ਆ ਤੇ ਕਿਹਦੇ ਵਿੱਚ ਐਡ ਕੀਤਾ ਸੀ। 43A ਐਡ ਕੀਤਾ ਇਹਨਾਂ ਨੇ ਕਿ ਟੇਕ ਸਟੈਪ ਟੂ ਇਨਸ਼ੋਰ ਦਾ ਵਰਕਰ ਆਰ ਇਨਵੋਲਵ ਇਨ ਦਾ ਮੈਨੇਜਮੈਂਟ ਆਫ ਦਾ ਇੰਡਸਟਰੀ। ਇੱਕ 48A ਜ਼ਰੂਰ ਪੁੱਛਿਆ ਜਾਂਦਾ ਪੇਪਰ 'ਚ ਕਿ ਇਹ ਕਦੋਂ ਹੋਇਆ ਸੀ ਜਾਂ ਕਿਹੜੇ ਨੰਬਰ ਆਰਟੀਕਲ 'ਚ ਆ। ਟੂ ਸੇਫਗਾਰਡ ਫੋਰੈਸਟ ਐਂਡ ਵਾਈਲਡ ਲਾਈਫ ਐਜ਼ ਵੈਲ ਐਜ਼ ਪ੍ਰੋਟੈਕਟ ਐਂਡ ਇੰਪਰੂਵ ਦਾ ਇਨਵਾਇਰਮੈਂਟ, ਠੀਕ ਹੈ ਜੀ। ਨੈਕਸਟ ਚੱਲਦੇ ਜੀ ਹੁਣ 44ਵੀਂ ਅਮੈਂਡਮੈਂਟ। ਦੇਖੋ ਜੀ ਹੁਣ ਸਰਕਾਰ ਚੇਂਜ ਹੁੰਦੀ ਆ, ਇੰਦਰਾ ਗਾਂਧੀ ਦੀ ਸਰਕਾਰ ਗਈ ਤੇ ਅਗਲੀ ਸਰਕਾਰ ਦੇ ਵਿੱਚ ਕੀ ਹੁੰਦਾ ਜੀ, ਆਪਣਾ 44ਵੀਂ ਅਮੈਂਡਮੈਂਟ ਆਈ, ਠੀਕ ਹੈ ਜੀ। ਨਵਾਂ ਆਪਣਾ ਪ੍ਰਧਾਨ ਮੰਤਰੀ ਬਣਿਆ ਇਹਦੇ ਵਿੱਚ। ਤਾਂ ਇਹਦੇ ਵਿੱਚ ਕੀ ਹੁੰਦਾ ਜੀ, ਆਪਣਾ ਇਹ ਐਕਟ ਐਮਰਜੈਂਸੀ ਦੌਰਾਨ ਪੇਸ਼ ਕੀਤੇ ਗਏ ਸੰਵਿਧਾਨ ਵਿੱਚ ਵੱਡੀਆਂ ਗੜਬੜੀਆਂ ਨੂੰ ਦੂਰ ਕਰਦਾ ਵਾ, ਠੀਕ ਹੈ ਜੀ। ਤਾਂ ਲੋਕ ਸਭਾ ਤੇ ਰਾਜ ਵਿਧਾਨ ਸਭਾਵਾਂ ਦੀ ਮਿਆਦ 6 ਤੋਂ ਘਟਾ ਕੇ 5 ਸਾਲ ਕਰਤੀ, ਜਿਹੜਾ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਪਹਿਲਾਂ 5 ਤੋਂ 6 ਕਰਤੀ ਸੀ, ਫਿਰ 44ਵੀਂ 'ਚ ਇਹਨਾਂ ਨੇ ਘਟਾ ਕੇ ਫਿਰ 6 ਤੋਂ 5 ਕਰਤੀ। ਤਾਂ ਜੀ ਇਹਨਾਂ ਨੇ ਕੀ ਕੀਤਾ, ਲੋਕ ਸਭਾ ਤੇ ਰਾਜ ਵਿਧਾਨ ਸਭਾ ਦੀ ਮਿਆਦ ਇਹ ਕਰ ਲਿਆ ਆਪਾਂ ਆਮ ਕਾਰਜਕਾਲ ਜੋ ਕਿ ਕਿਸੇ ਸਿਆਸੀ ਉਦੇਸ਼ ਨੂੰ ਪ੍ਰਾਪਤ ਕਰਨੀ 42ਵੀਂ ਸੋਧ ਦੇ ਤਹਿਤ ਐਮਰਜੈਂਸੀ ਦੌਰਾਨ ਵਧਾਇਆ ਜਾ ਸਕਦਾ ਹੈ। ਸੋ ਇਹ ਸਾਰੀਆਂ ਚੀਜ਼ਾਂ ਇਹਨਾਂ ਨੇ ਐਡ ਕੀਤੀਆਂ ਸੀ। ਹੁਣ ਜੀ ਇਹਦੇ ਵਿੱਚ ਇਹੀ ਇੱਕ ਅਮੈਂਡਮੈਂਟ ਸੀ ਜਿਹਦੇ ਵਿੱਚ ਕਿ ਰਾਈਟ ਟੂ ਪ੍ਰੋਪਰਟੀ ਵਾਜ਼ ਰਿਮੂਵਡ ਫਰੋਮ ਦਾ ਲਿਸਟ ਆਫ ਫੰਡਾਮੈਂਟਲ ਰਾਈਟਸ, ਠੀਕ ਹੈ। ਰਾਈਟ ਟੂ ਪ੍ਰੋਪਰਟੀ ਜਿਹੜਾ ਸੀ ਆ ਇਹ ਰਿਮੂਵ ਕਰਕੇ ਜਿਹੜਾ ਕਿ 31 ਨੰਬਰ ਆਰਟੀਕਲ 'ਚੋਂ ਹਟਾ ਦਿੱਤਾ ਗਿਆ ਸੀ, ਠੀਕ ਆ। ਤਾਂ ਇਹਨਾਂ ਦੇ ਵਿੱਚ ਇਹਨਾਂ ਨੇ ਕੀ ਕੀਤਾ ਜੀ, ਆਰਟੀਕਲ 300A ਦੇ ਤਹਿਤ ਇਹਨੂੰ ਲੀਗਲ ਰਾਈਟ ਬਣਾਤਾ ਸੀ, ਆਪਾਂ ਕੀਤਾ ਹੋਇਆ ਵਾ, ਠੀਕ ਹੈ ਵੀ। ਤਾਂ ਜੀ ਨੈਕਸਟ ਆ ਗਿਆ ਜੀ ਸਾਡੇ ਕੋਲੇ ਐਮਰਜੈਂਸੀ ਦੀ ਘੋਸ਼ਣਾ ਤਾਂ ਹੀ ਜਾਰੀ ਕੀਤੀ। ਆਹ ਬਹੁਤ ਇੰਪੋਰਟੈਂਟ ਪੁਆਇੰਟ ਬਣਦਾ। ਜਿਵੇਂ ਪਹਿਲਾਂ 42ਵੀਂ ਅਮੈਂਡਮੈਂਟ ਦੇ ਵਿੱਚ ਇਹਨਾਂ ਨੇ ਕਿਹਾ ਸੀ ਨਾ ਕਿ ਹਾਂਜੀ ਇਹਦੇ ਵਿੱਚ ਆਰਮ ਫੋਰਸ ਨੂੰ ਲਾ ਸਕਦੇ ਨੇ, ਤਾਂ ਐਮਰਜੈਂਸੀ ਦੀ ਘੋਸ਼ਣਾ ਵੀ ਉਹ ਕਹਿੰਦੇ ਤਾਂ ਹੀ ਜਾਰੀ ਕੀਤੀ ਜਾ ਸਕਦੀ ਆ ਜਦੋਂ ਭਾਰਤ ਜਾਂ ਇਸ ਦੇ ਖੇਤਰ ਦੇ ਕਿਸੇ ਹਿੱਸੇ ਦੀ ਸੁਰੱਖਿਆ ਜਾਂ ਜੰਗ ਜਾਂ ਬਾਹਰੀ ਹਮਲੇ ਜਾਂ ਹਥਿਆਰਬੰਦ ਵਿਦਰੋਹ ਦੁਆਰਾ ਖਤਰਾ ਹੋਵੇ। ਮਤਲਬ ਕਿ ਹਥਿਆਰਬੰਦ ਬਗਾਵਤ ਦੇ ਬਰਾਬਰ ਜੇ ਕੋਈ ਅੰਦਰੂਨੀ ਗੜਬੜ, ਮਤਲਬ ਸਟੇਟਸ ਦੇ ਵਿੱਚ ਕੋਈ ਇਦਾਂ ਦਾ ਮੁੱਦਾ ਭੜਕਦਾ ਵਾ ਕਿ ਹਾਂਜੀ ਲੋਕ ਬਾਗੀ ਹੋ ਜਾਂਦੇ ਨੇ, ਤਾਂ ਉਹਦੇ ਮੁੱਦੇ ਦੇ ਉੱਤੇ ਇਹਨਾਂ ਨੇ ਉਹ ਕਰਤਾ ਕਿ ਹਾਂਜੀ ਫਿਰ ਤੁਸੀਂ ਇਹ ਚੀਜ਼ਾਂ ਕਰ ਸਕਦੇ ਹੋ। ਪਰ ਇਹਦਾ ਮਤਲਬ ਇਹ ਨਹੀਂਗਾ, ਕਿਉਂਕਿ ਇਹਦੇ ਵਿੱਚ ਨਾ ਪਹਿਲਾਂ ਲਿਖਿਆ ਸੀ ਇੰਟਰਨਲ ਡਿਸਟਰਬੈਂਸ ਲਿਖਿਆ ਹੋਇਆ ਸੀ ਪਹਿਲਾਂ ਸਿਰਫ, ਫਿਰ ਇਹਨਾਂ ਨੇ ਆਰਮਡ ਰੈਬੇਲੀਅਨ ਲਿਖਤਾ ਕਿ ਹਾਂਜੀ ਕਿਤੇ ਇਸ ਤਰ੍ਹਾਂ ਨਾ ਹੋਵੇ ਕਿ ਸਟੇਟਸ ਦੇ ਵਿੱਚ ਕੋਈ ਛੋਟੀ ਮੋਟੀ ਗੱਲ ਹੋਈ, ਮੰਨ ਲਓ ਇੰਟਰਨਲ ਡਿਸਟਰਬੈਂਸ, ਕੀ ਪਤਾ ਉਹ ਕਹਿ ਦੇਣ ਵੀ ਹਾਂਜੀ ਇੱਥੇ ਧਰਨੇ ਲੱਗਦੇ ਨੇ, ਇੱਥੇ ਐਂ ਲੱਗਦੇ ਨੇ, ਤਾਂ ਇਹ ਉੱਥੇ ਜਾ ਕੇ ਇਹ ਫੌਜ ਲਾ ਦੇਣ, ਹਨਾ ਵੀ, ਤਾਂ ਕਿ ਕਿਸੇ ਨੂੰ ਜ਼ਿਆਦਾ ਨੁਕਸਾਨ, ਤਾਂ ਕਿ ਸੈਂਟਰ ਆਪਦੀ ਮਰਜ਼ੀ ਨਾ ਕਰ ਸਕੇ ਕਿ ਹਾਂ ਯਾਰ ਇੱਥੇ ਧਰਨੇ ਲੱਗਦੇ ਨੇ, ਇਹ ਸਾਡੀ ਇੰਟਰਨਲ ਡਿਸਟਰਬੈਂਸ ਲਿਖਿਆ ਹੋਇਆ ਸਾਡੇ ਸੰਵਿਧਾਨ ਦੇ ਵਿੱਚ, ਤਾਂ ਲਾਓ ਇੱਥੇ ਆਪਣੀ ਆਰਮਡ ਰਿਬੇਲੀਅਨ, ਯਾਨੀ ਕਿ ਇੱਥੇ ਆਪਣੀ ਐਮਰਜੈਂਸੀ ਦੀ ਘੋਸ਼ਣਾ ਕਰ ਦਿਓ। ਇਹ ਚੀਜ਼ਾਂ ਹੁੰਦੀਆਂ ਨੇ, ਠੀਕ ਹੈ। ਸੋ ਜਦੋਂ ਆਰਮਡ ਰਿਬੇਲੀਅਨ ਹੁੰਦਾ ਵਾ ਇੱਥੇ, ਫਿਰ ਜਾ ਕੇ ਇਹ ਚੀਜ਼ਾਂ ਹੁੰਦੀਆਂ ਨੇ। ਮਤਲਬ ਸੌਖਾ ਤਰੀਕਾ ਨਹੀਂ ਇਹਨਾਂ ਨੇ ਦਿੱਤਾ ਗਾ ਵੀ ਉਦੋਂ ਹੀ ਚੱਕ ਕੇ ਜਦੋਂ ਜੀ ਕਰੇ ਉਦੋਂ ਹੀ ਚੱਕ ਕੇ ਸੈਂਟਰ ਜਿਹੜਾ ਵਾ ਆਪਣਾ ਐਮਰਜੈਂਸੀ ਘੋਸ਼ਿਤ ਕਰ ਦੂਗਾ, ਕੋਈ ਮੇਨ ਰੀਜ਼ਨ ਹੋਣਾ ਚਾਹੀਦਾ। ਹਾਂ ਜੀ ਨੈਕਸਟ ਜੇਕਰ ਆਪਾਂ ਗੱਲ ਕਰੀਏ 52ਵੀਂ ਸੋਧ ਜਿਹੜੀ ਹੋਈ ਸੀ, ਜਿਹ 'ਚ ਭਾਰਤੀ ਸੰਵਿਧਾਨ ਦੀ 10th ਅਨੁਸੂਚੀ ਵਿੱਚ 10th ਸ਼ਡਿਊਲ ਦੇ ਵਿੱਚ ਐਂਟੀ ਡਿਫੈਕਸ਼ਨ ਲਾਅ, ਜਿਹਨੂੰ ਵਿਰੋਧੀ ਦਲ ਬਦਲ ਕਾਨੂੰਨ ਵੀ ਕਿਹਾ ਜਾਂਦਾ ਹੈ, ਨੂੰ ਸੰਵਿਧਾਨ ਦੀ 52ਵੀਂ ਸੋਧ 1985 ਸ਼ਾਮਲ ਕੀਤਾ ਗਿਆ ਸੀ। ਇਹ ਪੰਜਾਬ ਪੁਲਿਸ ਦੇ ਪੇਪਰ 'ਚ ਕੁਐਸਚਨ ਬਣ ਚੁੱਕਿਆ। ਇੱਕ ਤਾਂ ਤੁਹਾਨੂੰ ਯਾਦ ਹੋਣਾ ਚਾਹੀਦਾ ਕਿ ਇਹ 1985 ਦੇ ਵਿੱਚ ਸ਼ਾਮਲ ਹੋਇਆ ਸੀ ਐਂਟੀ ਡਿਫੈਕਸ਼ਨ ਲਾਅ। ਐਂਟੀ ਡਿਫੈਕਸ਼ਨ ਲਾਅ ਕੀ ਹੁੰਦਾ ਸੀ ਜੀ, ਐਕਟ ਨੇ, ਇਹ ਐਕਟ ਦੇ ਵਿੱਚ ਲਿਖਿਆ ਹੋਇਆ ਸੀ ਕਿ ਐਕਟ ਨੇ ਚੋਣਾਂ ਤੋਂ ਬਾਅਦ ਕਿਸੇ ਹੋਰ ਪਾਰਟੀ ਦੇ ਵਿੱਚ ਦਲ ਬਦਲੀ ਨੂੰ ਗੈਰ ਕਾਨੂੰਨੀ ਬਣਾਤਾ ਸੀ,
मतलब कि ਚੋਣਾਂ ਹੁੰਦੀਆਂ ਸੀ। ਇਸ ਤੋਂ ਪਹਿਲਾਂ ਕੀ ਹੁੰਦਾ ਸੀਗਾ 1985 ਤੋਂ ਪਹਿਲਾਂ ਕਿ ਹਾਂਜੀ ਜਦੋਂ ਵੀ ਕੋਈ ਵੀ ਮੰਨ ਲਓ ਕੋਈ ਵੀ ਸੀਗਾ ਨੇਤਾ ਸੀਗਾ ਤਾਂ ਉਹ ਚੇਂਜ ਹੋ ਜਾਂਦੇ ਸੀ MLA ਜਾਂ MP। ਹਾਂਜੀ ਵੀ ਮੈਂ ਜਿੱਤ ਗਿਆ, ਮੈਂ ਵੀ ਮਤਲਬ ਦੂਜੀ ਪਾਰਟੀ ਚਲਿਆ ਗਿਆ, ਪਰ ਉਹਨਾਂ ਨੇ ਇੱਕ ਲਾਅ ਬਣਾਤਾ ਵੀ ਐਂਟੀ ਡਿਫੈਕਸ਼ਨ ਲਾਅ ਬਣਾਇਆ ਵੀ ਹਾਂਜੀ ਇਹਦੇ ਤਰੀਕੇ ਦੇ ਵਿੱਚ ਤੁਸੀਂ ਕੀ ਕਰ ਸਕਦੇ, ਚੋਣਾਂ ਤੋਂ ਬਾਅਦ ਕਿਸੇ ਹੋਰ ਪਾਰਟੀ 'ਚ ਸ਼ਾਮਲ ਹੋਣ ਵਾਲਾ ਕੋਈ ਵੀ ਮੈਂਬਰ ਸੰਸਦ ਜਾਂ ਰਾਜ ਵਿਧਾਨ ਸਭਾ ਦੇ ਮੈਂਬਰ ਬਣਨ ਲਈ ਅਯੋਗ ਕਰਾਰ ਦਿੱਤਾ ਜਾਊਗਾ। ਮਤਲਬ ਉਹਦੀ ਡਿਸਕੁਆਲੀਫਿਕੇਸ਼ਨ ਤੈਅ ਕਰਤੀ ਵੀ ਹਾਂ ਉਹ ਆਈ ਨਹੀਂ ਕਰ ਸਕਦਾ। ਪਰ ਇਹਦੇ ਵਿੱਚ ਵੀ ਬਹੁਤ ਚੀਜ਼ਾਂ ਹੁੰਦੀਆਂ ਨੇ, ਜਿਵੇਂ ਹੁਣ ਮੰਨ ਲਓ ਇਹਦੇ ਵਿੱਚ ਮੇਜੋਰਟੀ ਰੱਖਤੀ ਉਹਨਾਂ ਨੇ, 2-3 ਚੀਜ਼ਾਂ ਹੋਰ ਵੀ, ਇਹ ਆਪਾਂ ਅਲੱਗ ਤੋਂ ਪੜ੍ਹ ਲਾਂਗੇ ਐਂਟੀ ਡਿਫੈਕਸ਼ਨ ਲਾਅ, ਠੀਕ ਆ। ਤਾਂ ਇਹਦੇ ਵਿੱਚ ਬਸ ਇਹੀ ਹੁੰਦਾ ਵਾ ਹਾਂਜੀ ਫਿਰ ਉਹਦੇ ਵਿੱਚ ਜੇਕਰ 2/3 ਹਿੱਸਾ ਚਲਾ ਗਿਆ, ਮੰਨ ਲਓ 2 ਪਾਰਟੀਆਂ ਰਲ ਕੇ ਜੇ ਇੱਕ ਬਣਾ ਰਹੀਆਂ ਤਾਂ ਉਹ ਗੈਰ ਕਾਨੂੰਨੀ, ਫਿਰ ਇੱਥੇ ਇਹ ਚੀਜ਼ ਲਾਗੂ ਨਹੀਂ ਹੋਊਗੀ। ਇਹ ਚੀਜ਼ਾਂ ਹੁੰਦੀਆਂ ਨਾ, ਮਤਲਬ ਇੰਡੀਵਿਜੂਅਲ ਆਏ ਨਹੀਂ ਹੁੰਦਾ ਵੀ ਹਾਂ ਵੀ ਅੱਜ ਜਿੱਤ ਗਿਆ ਤੇ MLA ਜਾ ਕੇ ਜਾਂ MP ਜਾ ਕੇ ਕਿਸੇ ਹੋਰ ਪਾਰਟੀ ਦੇ ਵਿੱਚ ਰਲ ਗਿਆ। ਇਹ ਚੀਜ਼ਾਂ ਨੂੰ ਫਿਰ ਇਹਦੇ ਵਿੱਚ ਆਪਣਾ ਅਯੋਗ ਕਰਾਰ ਦਿੱਤਾ ਜਾਂਦਾ ਵਾ। ਹਾਂਜੀ 61ਵੀਂ ਸੋਧ ਸਿੱਧੀ ਮੈਂ ਤੁਹਾਨੂੰ ਕਿਹਾ ਸੀ ਕਿ 61st ਅਮੈਂਡਮੈਂਟ ਬਹੁਤ ਵਾਰ ਪੁੱਛੀ ਜਾਂਦੀ ਹੈ ਕਿ ਕਿਹਨੇ ਵੋਟਿੰਗ ਦੀ ਉਮਰ ਜਦੋਂ ਆਪਣੀ ਠੀਕ ਆ ਜਨਰਲ ਇਲੈਕਸ਼ਨ ਆਪਣੇ ਪਹਿਲੀ ਵਾਰ ਹੋਈ ਸੀ ਉਸ ਟਾਈਮ ਤੋਂ ਲੈ ਕੇ 21 ਸਾਲ ਉਮਰ ਚੱਲਦੀ ਆ ਰਹੀ ਸੀ। ਫਿਰ 1988 ਦੇ ਵਿੱਚ 61ਵੀਂ ਅਮੈਂਡਮੈਂਟ ਹੋਈ ਤੇ ਇਹਨੂੰ ਘਟਾ ਕੇ 18 ਸਾਲ ਕਰਤਾ ਕਿ ਹਾਂਜੀ 18 ਸਾਲ ਜਾਂ ਇਸ ਤੋਂ ਵੱਧ ਵਾਲਾ ਕੋਈ ਵੀ ਅਡਲਟ ਆ ਜਿਹੜਾ ਵੋਟਿੰਗ ਦੇ ਵਿੱਚ ਹਿੱਸਾ ਲੈ ਸਕਦਾ। 69th ਅਮੈਂਡਮੈਂਟ 1991 ਚ ਹੋਈ ਸੀ, ਬਹੁਤ ਇੰਪੋਰਟੈਂਟ ਬਣਦੀ ਆ ਕਿ ਦਿੱਲੀ ਨੂੰ ਜਿਹੜੀ ਨੈਸ਼ਨਲ ਕੈਪੀਟਲ ਰੀਜਨ ਬਣਾਤਾ ਸੀ। ਇਹਨੇ ਕੀ ਕੀਤਾ ਸੀ, ਲੈਜਿਸਲੇਟਿਵ ਅਸੈਂਬਲੀ ਐਂਡ ਕੌਂਸਲ ਆਫ ਮਿਨਿਸਟਰੀ ਆਫ ਦਿੱਲੀ ਨੂੰ ਐਲਾਨ ਕਰਤਾ ਸੀ। 73ਵੀਂ ਸੋਧ ਬਹੁਤ ਇੰਪੋਰਟੈਂਟ ਬਣਦੀ ਆ ਜੀ। 73rd ਆਪਾਂ ਕੀਤੀ ਹੋਈ ਆ, ਬਾਰ-ਬਾਰ ਨਹੀਂ ਮੈਂ ਕਰਾਊਂਗਾ। ਪੰਚਾਇਤੀ ਰਾਜ ਇੰਟਰੋਡਿਊਸ ਕੀਤਾ ਸੀ ਤੇ 11ਵਾਂ ਸ਼ਡਿਊਲ ਇਹਦੇ ਵਿੱਚ ਐਡ ਹੋ ਗਿਆ ਸੀ ਬਸ। ਫਿਰ ਇਸ ਤੋਂ ਬਾਅਦ ਹੁੰਦੀ ਆ ਜੀ ਇੰਪੋਰਟੈਂਟ 74ਵੀਂ ਅਮੈਂਡਮੈਂਟ ਜਿਹਦੇ 'ਚ ਕਿ ਮਿਊਨਿਸਪਲ ਕਾਰਪੋਰੇਸ਼ਨ ਇੰਟਰੋਡਿਊਸ ਕੀਤੀ ਤਾਂ 12ਵਾਂ ਸ਼ਡਿਊਲ ਐਡ ਕੀਤਾ ਬਸ, ਠੀਕ ਆ। ਤਾਂ ਨੈਕਸਟ ਆ ਗਿਆ ਜੀ ਸਾਡੇ ਕੋਲ ਸੰਵਿਧਾਨ ਦੀ 86ਵੀਂ ਸੋਧ ਹੋਈ। ਇਹ ਵੀ ਬਹੁਤ ਇੰਪੋਰਟੈਂਟ ਬਣਦਾ। ਇਹਦੇ ਵਿੱਚ ਨਾ ਫੰਡਾਮੈਂਟਲ ਰਾਈਟ ਟੂ ਐਜੂਕੇਸ਼ਨ 6 ਤੋਂ 14 ਸਾਲ ਦੀ ਉਮਰ ਦੇ ਬਚਪਨ ਦੀ ਦੇਖਭਾਲ ਵੀ ਪ੍ਰਦਾਨ ਕਰ, 2-3 ਚੀਜ਼ਾਂ ਹੋਈਆਂ ਸੀ ਇਹਦੇ ਵਿੱਚ, ਉਹ ਮੈਂ ਤੁਹਾਨੂੰ ਫੰਡਾਮੈਂਟਲ ਰਾਈਟ DPSP ਤੇ ਫੰਡਾਮੈਂਟਲ ਡਿਊਟੀਜ਼ ਦੇ ਵਿੱਚ ਕਰਵਾ ਚੁੱਕਿਆ ਹਾਂ, ਬਹੁਤ ਚੰਗੀ ਤਰ੍ਹਾਂ ਕੀਤਾ ਹੋਇਆ। ਤਾਂ ਜੀ ਰਾਈਟ ਟੂ ਐਜੂਕੇਸ਼ਨ ਜਿਹੜਾ 21 ਆ ਉਹਨੂੰ ਆਪਣਾ ਫੰਡਾਮੈਂਟਲ ਰਾਈਟ ਇਹਦੇ ਵਿੱਚ ਇਨਸਰਟ ਕੀਤਾ ਸੀ ਕਿ ਹਾਂਜੀ ਰਾਈਟ ਆ ਇਹਨਾਂ ਦਾ। ਸੰਵਿਧਾਨ ਦੀ ਜਿਹੜੀ 89th ਸੋਧ ਹੋਈ ਸੀ 2003 ਦੇ ਵਿੱਚ ਦਾ ਕਨਸਟੀਟਿਊਸ਼ਨ ਅਮੈਂਡਮੈਂਟ, ਇਹਦੇ ਵਿੱਚ ਅਨੁਸੂਚਿਤ ਜਾਤੀ ਜਾਂ ਅਨੁਸੂਚਿਤ ਜਨਜਾਤੀਆਂ ਲਈ ਰਾਸ਼ਟਰੀ ਕਮਿਸ਼ਨ ਦੀਆਂ 2 ਵੱਖ-ਵੱਖ ਸੰਸਥਾਵਾਂ ਦੇ ਵਿੱਚ ਵੰਡਿਆ ਗਿਆ, ਜਿਹਦੇ ਵਿੱਚ ਕਿ SC ਨੈਸ਼ਨਲ ਕਮਿਸ਼ਨ ਆਫ SC ਆਰਟੀਕਲ 338, ਨੈਸ਼ਨਲ ਕਮਿਸ਼ਨ ਆਫ ST ਆਰਟੀਕਲ 338 ਦੇ ਵਿੱਚ ਐਡ ਕੀਤਾ ਗਿਆ। ਹੁਣ 91ਵੀਂ ਸੋਧ ਜਿਹੜੀ ਹੋਈ ਇਹਦੇ ਵਿੱਚ 91st ਅਮੈਂਡਮੈਂਟ ਦੇ ਵਿੱਚ ਉਹ ਕਹਿੰਦੇ ਜੀ ਮੰਤਰੀ ਪਰਿਸ਼ਦ ਦੇ ਆਕਾਰ ਨੂੰ ਵਿਧਾਨਕ ਮੈਂਬਰਾਂ ਦੇ 15% ਤੱਕ ਸੀਮਤ ਕੀਤਾ ਗਿਆ ਅਤੇ ਦਲ ਬਦਲੀ ਕਾਨੂੰਨ ਵਿਰੁੱਧ ਜਿਹੜੀ ਐਂਟੀ ਡਿਫੈਕਸ਼ਨ ਲਾਅ ਸੀ ਉਹਦੇ ਵਿਰੁੱਧ ਵੀ ਇਹਨਾਂ ਨੇ ਬਹੁਤ ਜ਼ਿਆਦਾ ਮਜ਼ਬੂਤ ਕੀਤਾ ਗਿਆ। ਹੋਰ ਚੀਜ਼ਾਂ ਐਡ ਕੀਤੀਆਂ ਇਹਦੇ ਵਿੱਚ ਜਿਹੜੀ ਆਪਾਂ ਉੱਪਰ ਦੀ ਬੜੀ ਸੀਗੀ, ਠੀਕ ਆ। ਬਸ ਇਹ ਚੀਜ਼ ਆ, ਹੋਰ ਇਹਦੇ ਵਿੱਚ ਕੋਈ ਖਾਸ ਉਹਦੇ ਵਿੱਚ ਇਹ ਮੈਂ ਤੁਹਾਨੂੰ ਕਰਾਇਆ ਹੋਇਆ ਕੌਂਸਲ ਆਫ ਮਿਨਿਸਟਰ, ਤਾਂ ਕਰਕੇ ਐਕਸਪਲੇਨ ਨਹੀਂ ਕਰਦਾਂਗਾ ਆਪਾਂ। ਹੁਣ ਜੀ 92 ਅਮੈਂਡਮੈਂਟ ਜਿਹੜੀ ਹੋਈ ਸੀ 2004 ਦੇ ਵਿੱਚ ਹੋਈ ਸੀ, ਇਹਦੇ ਵਿੱਚ ਮਤਲਬ ਕਿ ਬੋਡੋ, ਡੋਗਰੀ, ਸੰਤਾਲੀ ਅਤੇ ਮੈਥਾਲੀ ਨੂੰ ਰਾਸ਼ਟਰੀ ਸਰਕਾਰੀ ਭਾਸ਼ਾਵਾਂ ਵਜੋਂ ਸ਼ਾਮਲ ਓਫੀਸ਼ੀਅਲ ਲੈਂਗੁਏਜ ਦੇ ਵਿੱਚ ਸ਼ਾਮਲ ਕੀਤਾ ਗਿਆ। 97th ਅਮੈਂਡਮੈਂਟ ਹੋਈ ਜਿਹਦੇ ਵਿੱਚ ਇਹਨਾਂ ਨੇ ਕਿ ਕੋਆਪਰੇਟਿਵ ਸੁਸਾਇਟੀ ਜਿਹੜਾ ਸੀ ਐਂਟਰ ਕੀਤਾ ਸੀਗਾ, ਬਹੁਤ ਇੰਪੋਰਟੈਂਟ ਬਣਦੀ ਹੈ ਵੀ। ਹਾਂਜੀ 93ਵੀਂ ਸੋਧ ਹੋਈ, ਇਹਦੇ ਵਿੱਚ 27% ਰਿਜ਼ਰਵੇਸ਼ਨ ਦਿੱਤੀ ਸੀ ਬੈਕਵਰਡ ਕਲਾਸਿਸ ਨੂੰ, ਗੌਰਮੈਂਟ ਐਂਡ ਐਜ਼ ਵੈਲ ਐਜ਼ ਪ੍ਰਾਈਵੇਟ ਹਾਇਰ ਐਜੂਕੇਸ਼ਨ ਇੰਸਟੀਟਿਊਸ਼ਨ ਦੇ ਵਿੱਚ। ਹਾਂਜੀ 100ਵੀਂ ਸੋਧ ਆਹ ਇੰਪੋਰਟੈਂਟ ਬਣਾ। ਇਸ ਤੋਂ ਬਾਅਦ ਸਿੱਧੀ 100ਵੀਂ ਸੋਧ ਜਿਹਦੇ ਵਿੱਚ ਕਿ 119ਵਾਂ ਸੋਧ ਬਿੱਲ, ਪੇਪਰ ਦੇ ਵਿੱਚ ਨਾ ਕਈ ਵਾਰ ਬਿੱਲ ਵੈਸੇ ਤਾਂ ਨਹੀਂ ਪੁੱਛਣਗੇ, ਜ਼ਿਆਦਾਤਰ ਤੁਹਾਨੂੰ ਅਮੈਂਡਮੈਂਟ ਨਹੀਂ ਪੁੱਛਿਆ, ਕਈ ਵਾਰ ਜੇਕਰ ਥੋੜ੍ਹਾ ਜਿਹਾ ਉਹਨਾਂ ਨੇ ਟਿਪੀਕਲ ਬਣਾਉਣਾ ਹੋਇਆ ਤਾਂ ਬਿੱਲ ਵੀ ਪੁੱਛਦੇ ਨੇ, ਲਿਖ ਕੇ ਦੇਣਗੇ। ਸੋ ਇਹਦੇ ਵਿੱਚ ਕਦੇ ਵੀ ਕਨਫਿਊਜ਼ ਨਾ ਹੋਇਆ ਕਰੋ, ਜਦੋਂ ਬਿੱਲ ਪੇਸ਼ ਹੁੰਦਾ ਜ਼ਰੂਰੀ ਨਹੀਂ ਹੁੰਦਾ ਕਿ ਸਾਰੇ ਬਿੱਲ ਪਾਸ ਹੋਣ, ਇਸ ਲਈ ਆਪਾਂ ਦੇਖਦੇ ਹਾਂ ਕਿ ਬਿੱਲ ਵੱਧ ਹੁੰਦੇ ਨੇ ਤੇ ਅਮੈਂਡਮੈਂਟ ਘੱਟ ਹੁੰਦੀਆਂ। ਹੁਣ ਆਹ ਦੇਖੋ ਜੀ 119ਵਾਂ ਅਮੈਂਡਮੈਂਟ ਬਿੱਲ ਪਾਸ ਹੋਇਆ ਸੀ ਤਾਂ ਉਹਦੇ ਤਹਿਤ 100ਵੀਂ ਸੋਧ ਹੋਈ, ਮਤਲਬ ਕਿ ਇਹਦੇ ਵਿੱਚੋਂ ਜਿਹੜੀਆਂ ਆਪਣੇ 18 ਅਮੈਂਡਮੈਂਟ ਬਿੱਲ ਸੀ ਉਹ ਰਿਜੈਕਟ ਹੋਏ ਸੀ ਜਾਂ ਕਿਸੇ ਰੀਜ਼ਨ ਕਰਕੇ ਉਹ ਕੇਮ ਇਨਟੂ ਫੋਰਸ ਨਹੀਂ ਆਏ ਸੀ। ਭਾਰਤ ਤੇ ਬੰਗਲਾਦੇਸ਼ ਵਿਚਕਾਰ ਜ਼ਮੀਨੀ ਸੀਮਾ ਸਮਝੌਤਾ ਐਡ ਕੀਤਾ ਜੀ 100ਵੀਂ ਅਮੈਂਡਮੈਂਟ 'ਚ। 101ਵੀਂ ਅਮੈਂਡਮੈਂਟ ਆ ਦੇਖੋ ਜੀ 122ਵਾਂ ਬਿੱਲ ਸੀਗਾ, ਠੀਕ ਆ। ਤਾਂ 122ਵੇਂ ਬਿੱਲ ਦੇ ਵਿੱਚ GST ਲਾਗੂ ਹੋਇਆ ਸੀ, ਬਈ ਬਹੁਤ ਇੰਪੋਰਟੈਂਟ ਬਣਦਾ ਵਾ, ਠੀਕ ਆ। 2017 ਦੇ ਵਿੱਚ ਜਿਹੜਾ ਕਿ 1 ਜੁਲਾਈ 2017 ਨੂੰ ਇਹਦੇ ਵਿੱਚ GST ਆਪਣਾ ਇੰਟਰੋਡਿਊਸ ਕਰਤਾ ਸੀ ਪੂਰੀ ਇੰਡੀਆ ਦੇ ਵਿੱਚ। ਹਾਂਜੀ 102ਵੀਂ ਜਿਹੜੀ ਸੰਵਿਧਾਨਕ ਸੋਧ ਸੀ ਇਹਦੇ 'ਚ ਮਤਲਬ ਕਿ ਪਛੜੀਆਂ ਸ਼੍ਰੇਣੀਆਂ ਲਈ ਰਾਸ਼ਟਰੀ ਕਮਿਸ਼ਨ ਨੂੰ ਸੰਵਿਧਾਨਕ ਦਰਜਾ ਦਿੱਤਾ ਗਿਆ ਬੈਕਵਰਡ ਕਲਾਸਿਸ ਲਈ। ਤਾਂ ਜੀ 103ਵੀਂ ਜਿਹੜੀ ਸੋਧ ਸੀ ਇਹਦੇ ਵਿੱਚ ਆਹ ਬਹੁਤ ਇੰਪੋਰਟੈਂਟ ਬਣਦਾ ਜੀ EWS ਨੂੰ ਜਿਹੜੀ ਰਿਜ਼ਰਵੇਸ਼ਨ ਮਿਲੀ ਆ ਨਾ ਸਰਕਾਰੀ ਨੌਕਰੀਆਂ ਦੇ ਵਿੱਚ ਜਾਂ ਉਹਦੇ ਵਿੱਚ, ਤਾਂ ਆਹ 10% ਜਿਹੜਾ ਕੋਟਾ ਮਿਲਿਆ ਇਹ 103ਵੀਂ ਸੋਧ ਦੇ ਵਿੱਚ ਮਿਲਿਆ ਸੀ ਕਨਸਟੀਟਿਊਸ਼ਨ ਅਮੈਂਡਮੈਂਟ 103rd ਅਮੈਂਡਮੈਂਟ ਐਕਟ ਦੇ ਵਿੱਚ। ਤਾਂ ਜੀ 104 ਨੰਬਰ ਦੇ ਵਿੱਚ ਇਹ ਕਹਿੰਦੇ ਆ ਜੀ ਇਹ ਵੀ ਬਹੁਤ ਇੰਪੋਰਟੈਂਟ ਬਣਦਾ ਜੀ। 104 ਨੰਬਰ ਜਿਹੜੀ ਅਮੈਂਡਮੈਂਟ ਹੋਈ ਸੀ ਇਹਦੇ ਵਿੱਚ ਇਹਨਾਂ ਨੇ ਲੋਕ ਸਭਾ ਤੇ ਵਿਧਾਨ ਸਭਾ ਦੇ ਵਿੱਚ ਤੇ ਜਿਹੜੀਆਂ ਐਂਗਲੋ ਇੰਡੀਅਨ ਸੀਟਸ ਸੀਗੀਆਂ, ਜਿਹੜੀਆਂ ਦੋ ਆਪਣੀਆਂ 2 ਸੀਟਾਂ ਇਹਦੇ ਵਿੱਚ ਲੋਕ ਸਭਾ ਦੇ ਵਿੱਚ ਹੁੰਦੀਆਂ ਸੀ ਨਾ ਆਪਣੀਆਂ, ਜਿਹੜੀਆਂ ਕਿ ਪ੍ਰੈਜ਼ੀਡੈਂਟ ਐਂਗਲੋ ਇੰਡੀਅਨ ਭਾਈਚਾਰੇ ਦੇ ਜਿਹੜੇ 2 ਆਪਣੇ ਮੈਂਬਰ ਸੀ ਉਹਨਾਂ ਨੂੰ ਨੋਮੀਨੇਟ ਕਰਦਾ ਹੁੰਦਾ, ਇਹਨੂੰ ਖਤਮ ਕਰ ਦਿੱਤਾ ਗਿਆ ਵਾ। ਇਹ ਜ਼ਰੂਰ ਯਾਦ ਰੱਖਿਓ, ਮੈਂ ਤੁਹਾਨੂੰ ਕਰਵਾਇਆ ਹੋਇਆ। ਤੇ ਜਿਹੜਾ ਆਪਣੇ ਸਟੇਟ ਅਸੈਂਬਲੀ ਵਾਲਾ ਵੀ ਕਰਤਾ ਹੋਇਆ, ਠੀਕ ਹੈ ਜੀ ਆਪਾਂ।
ਪਰ ਜਿਹੜੀ ਆਪਣੀ ਰਿਜ਼ਰਵੇਸ਼ਨ SC ਤੇ ST ਲਈ ਸੀਗੀ, ਇਹਦੇ ਵਿੱਚ ਇਹਨਾਂ ਨੇ ਕੀ ਕੀਤਾ ਸੀ 70 ਸਾਲ ਤੋਂ ਵਧਾ ਕੇ 80 ਸਾਲ, ਮਤਲਬ ਇਹਦੀ 10 ਸਾਲ ਇਹਦੀ ਵਧਾ ਦਿੱਤੀ ਸੀ ਕਿ ਹਾਂਜੀ ਇਹ ਰਿਜ਼ਰਵੇਸ਼ਨ ਰਹੂਗੀ 10 ਸਾਲ, ਇਹਨੂੰ ਖਤਮ ਕਰਤਾ ਐਂਗਲੋ ਇੰਡੀਅਨ ਨੂੰ, ਇਹਨੂੰ 10 ਸਾਲ ਹੋਰ ਵਧਾਤਾ। ਨੈਕਸਟ ਚੱਲਦੇ ਹਾਂ ਜੀ, ਹੁਣ ਆਪਾਂ ਆ ਗਿਆ ਜੀ ਆਪਣਾ ਲਾਸਟ ਆਪਣਾ ਅਜੇ ਤੱਕ ਮਤਲਬ ਕਿ ਇਹਦੇ ਵਿੱਚ ਉਹਦੇ ਵਿੱਚ ਉਸ ਟਾਈਮ ਦੇ ਉੱਤੇ ਜਦੋਂ ਇਹ 105ਵੀਂ ਅਮੈਂਡਮੈਂਟ ਹੋਈ ਸੀ, ਲਾਸਟ ਅਮੈਂਡਮੈਂਟ 105ਵੀਂ ਹੋਈ ਆ ਆਪਣੀ ਅਜੇ ਤੱਕ, ਤਾਂ 127 ਬਿੱਲ ਜਿਹੜੇ ਆ 127ਵਾਂ ਬਿੱਲ ਸੀਗਾ ਇਹ, ਤਾਂ ਭਾਰਤ ਦੇ ਸੰਵਿਧਾਨ ਦੇ ਵਿੱਚ ਸਭ ਤੋਂ ਨਵੀਂ ਸੋਧ ਇਹ ਆ, ਠੀਕ ਹੈ। ਪੇਪਰ 'ਚ ਆਊਗਾ ਕਿ ਹਾਂਜੀ ਅਗਸਤ 2021 ਤੱਕ 2022 ਤੱਕ ਸੌਰੀ ਆਪਣੀਆਂ ਕਿੰਨੀਆਂ ਅਮੈਂਡਮੈਂਟ ਹੋ ਚੁੱਕੀਆਂ ਨੇ, 105 ਅਮੈਂਡਮੈਂਟ ਹੋ ਚੁੱਕੀਆਂ ਨੇ, ਤਾਂ ਇਹ ਲੇਟੈਸਟ ਆ। ਤਾਂ ਇਹਦੇ ਵਿੱਚ ਇਹਨਾਂ ਨੇ ਕਲੈਰੀਫਿਕੇਸ਼ਨ ਦਿੱਤਾ ਕਿ ਸਟੇਟ ਲਿਸਟ ਦੇ ਵਿੱਚ ਜਾਂ OBC ਦਾ ਮੈਟਰ ਕਿੱਦਾਂ ਵਾ ਮੇਨਟੇਨ ਕਰਨਾ। ਸੋ ਇਹ ਜ਼ਿਆਦਾ ਇੰਪੋਰਟੈਂਟ ਨਹੀਂ, ਬਸ ਇਹ ਚੀਜ਼ ਯਾਦ ਰੱਖ ਲਿਓ। ਲੇਟੈਸਟ ਅਮੈਂਡਮੈਂਟ ਇਹ ਆ, ਇੱਥੇ ਆਪਾਂ ਲੈ 1950 ਤੋਂ ਲੈ ਕੇ ਇਹਦੀ ਸ਼ੁਰੂਆਤ ਤੋਂ ਲੈ ਕੇ ਜਦੋਂ ਦਾ ਆਪਣਾ ਸੰਵਿਧਾਨ ਬਣਿਆ ਅਗਸਤ ਅੱਜ ਤੱਕ ਭਾਰਤੀ ਸੰਵਿਧਾਨ ਦੇ ਵਿੱਚ ਟੋਟਲ 105 ਅਮੈਂਡਮੈਂਟਸ ਹੋ ਚੁੱਕੀਆਂ ਨੇ। ਬਸ ਇਹ ਚੀਜ਼ ਕਰੋ। ਹੁਣ ਅੱਗੇ ਵੀ ਇਹ ਜ਼ਰੂਰੀ ਨਹੀਂ ਹੁੰਦਾ ਕਿ ਨਹੀਂ ਹੋਣਗੀਆਂ, ਅਗਾਂਹ ਹੋਰ ਵੀ ਤਿਆਰ ਪਏ ਹੋਣਗੇ, ਬਿੱਲ ਤਿਆਰ ਪਏ ਹੋਣਗੇ ਤਾਂ ਹੋ ਜਾਣਗੇ, ਠੀਕ ਹੈ। ਸੋ ਅਜੇ ਫਿਲਹਾਲ ਅਗਸਤ ਤੱਕ ਇੰਨੀਆਂ ਨੇ 105, ਠੀਕ ਹੈ ਜੀ। ਸੋ ਇਹ ਪੋਲਿਟੀ ਦੀ ਆਪਣੀ ਕਲਾਸ ਨੰਬਰ 28 ਹੋ ਚੁੱਕੀ ਆ ਜੀ, ਬਹੁਤ ਇੰਪੋਰਟੈਂਟ ਕਲਾਸ ਸੀਗੀ, ਲਾਸਟ ਕਲਾਸ ਸੀਗੀ ਆਪਣੀ, ਠੀਕ ਹੈ ਜੀ। ਪਰਮਾਤਮਾ ਦੀ ਕਿਰਪਾ ਨਾਲ ਆਪਾਂ ਬਹੁਤ ਜ਼ਿਆਦਾ ਸਿਲੇਬਸ ਕੰਪਲੀਟ ਕਰ ਲਿਆ ਹੋਇਆ ਵਾ। ਪੋਲਿਟੀ ਵੀ ਆਪਾਂ ਕਰ ਲਈ ਹੋਈ ਆ ਜੀ, ਹਿਸਟਰੀ ਵੀ ਆਪਾਂ ਕਰ ਲਈ ਹੋਈ ਆ। ਹਿਸਟਰੀ ਦੇ ਵਿੱਚ ਆਪਾਂ ਮੈਡੀਵਲ ਵੀ ਕੀਤਾ, ਐਂਸ਼ੀਅੰਟ ਵੀ ਕੀਤਾ, ਮਾਡਰਨ ਵੀ ਕੀਤਾ ਵਾ, ਠੀਕ ਹੈ। ਪੰਜਾਬ GK ਆਪਾਂ 22 ਕਲਾਸਾਂ ਦੇ ਵਿੱਚ ਸਾਰੀ ਕਰ ਲਈ ਹੋਈ ਆ। ਨੈਕਸਟ ਆਪਾਂ ਸਟੈਟਿਕ GK ਦੀਆਂ 11 ਕਲਾਸਾਂ ਕਰ ਲਈਆਂ ਹੋਈਆਂ। 600 ਕੁਐਸਚਨ ਆਪਾਂ PSSB ਦੇ ਕੀਤੇ ਆ। 200 ਕੁਐਸਚਨ ਆਪਾਂ ਕੀ ਕੀਤੇ ਆ ਜੀ, 200 ਕੁਐਸਚਨ ਆਪਾਂ PPSC ਦੇ ਵੀ ਕੀਤੇ ਹੋਏ ਨੇ ਜਿਹੜੇ ਪ੍ਰੀਵੀਅਸ ਈਅਰ ਆ। ਫਿਰ ਟੈਲੀਗ੍ਰਾਮ ਦੇ ਉੱਤੇ ਆਪਾਂ 800 900 MCQ ਮੇਰੇ ਤੁਹਾਨੂੰ ਕਰਵਾਏ ਹੋਏ ਨੇ, 1000 ਹੀ ਕਰਾਇਆ ਹੋਊ, ਘੱਟ ਨਹੀਂ ਹੋਊਗਾ ਇੱਦੋਂ, ਠੀਕ ਆ। ਸੋ ਇਹ ਆ ਸਾਰੇ ਆਪਣੇ ਕੀਤੇ ਹੋਏ ਨੇ, ਤਾਂ ਟੈਲੀਗ੍ਰਾਮ 'ਤੇ ਆਪਣਾ ਕਿਉਸ ਚੱਲ ਵੀ ਰਿਹਾ ਵਾ ਅੱਗੇ, ਠੀਕ ਹੈ ਜੀ। ਸੋ ਜੇਕਰ ਤੁਹਾਨੂੰ ਵਧੀਆ ਲੱਗੇ ਤਾਂ ਚੈਨਲ ਨੂੰ ਤੁਸੀਂ ਆਪਣੇ ਨੂੰ ਸਬਸਕ੍ਰਾਈਬ ਕਰੋ, ਜੇਕਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰੋ। ਹੁਣ ਮਿਲਦੇ ਹਾਂ ਆਪਾਂ ਆਪਣੀ ਜਿਹੜੀ ਅਗਲੀ ਕਲਾਸ ਹੋਏਗੀ, ਠੀਕ ਆ। ਅਗਲੀ ਕਲਾਸ ਆਪਣੀ ਸਟੈਟਿਕ GK ਦੀ ਕਲਾਸ ਹੋਏਗੀ, ਜਿਹਦੇ ਵਿੱਚ ਕਿ ਆਪਾਂ ਅਵਾਰਡ ਐਂਡ ਆਨਰ ਦੇ ਵਿੱਚ ਨੋਬਲ ਪ੍ਰਾਈਜ਼ ਕਰਾਂਗੇ। ਧੰਨਵਾਦ ਜੀ, ਮਿਲਦੇ ਹਾਂ ਹੁਣ ਆਪਾਂ ਆਪਣੀ ਅਗਲੀ ਕਲਾਸ ਦੇ ਵਿੱਚ। ਸੋ ਇਹ ਵਾਲੀ ਜਿਹੜੀ ਕਲਾਸ ਦੀ PDF ਆਪਾਂ ਤੁਹਾਨੂੰ ਪਹਿਲਾਂ ਹੀ ਟੈਲੀਗ੍ਰਾਮ ਚੈਨਲ ਦੇ ਉੱਤੇ ਸ਼ੇਅਰ ਕੀਤੀ ਹੋਈ ਆ। ਧੰਨਵਾਦ ਜੀ।